ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਮਨ ਤਾਨ ਹਿਰਦੈ ਸਿਮਰ ਹਰਿ, ਆਠ ਪਹਿਰ ਗੁਣ ਗਾਓ। ਅੰਮ੍ਰਿਤ ਬਾਣੀ ਅਮਿਓ ਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਰਾਮ ਗਲੀ ਕੀ ਵਾਰ ਮਹੱਲਾ ਪੰਜਵਾਂ, ਸਰਲੇ ਖੇਠ। ਇਹ 12ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਅੰਮ੍ਰਿਤ ਬਾਣੀ ਅਮਿਓ ਰਸ। ਇਹ ਭਾਈ ਅੰਮ੍ਰਿਤ ਬਾਣੀ ਵਿੱਚ ਨਾਮ ਅੰਮ੍ਰਿਤ ਰੂਪੀ ਰਸ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਬਾਣੀ ਵੀ ਅੰਮ੍ਰਿਤ ਰੂਪ ਹੈ ਅਤੇ ਰਸ ਕਹੀਏ ਪ੍ਰੇਮ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਹਰਿ ਕਾ ਨਾਮ। ਅਤੇ ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਹੈ। ਅਰਥਾਤ ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਰੂਪ ਹਨ, ਕਿਉਂਕਿ ਬਾਣੀ ਦੇ ਨਾਲ ਹੀ ਅੰਮ੍ਰਿਤ ਬਣਦਾ ਹੈ ਅਤੇ ਰਸ ਪ੍ਰੇਮ ਪੈਦਾ ਹੁੰਦਾ ਹੈ। ਜਿਵੇਂ ਜਿਵੇਂ ਬਾਣੀ ਪੜ੍ਹੀ ਦੀ ਹੈ, ਸ਼ਬਦ ਕੀਰਤਨ ਸ਼ਬਦ ਉਚਾਰੀ ਦਾ ਹੈ, ਤਿਵੇਂ ਤਿਵੇਂ ਪ੍ਰੇਮ ਦੇ ਵਿੱਚ ਵਾਧਾ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰਸਿਓ ਰੰਗ। ਅਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਦੇ ਵਿੱਚੋਂ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਸੰਤ ਹੀ ਵਾਹਿਗੁਰੂ ਦੇ ਵਿੱਚ ਪ੍ਰੇਮ ਲਾਉਣ ਵਿੱਚ ਸਹਾਇਤਾ ਕਰਦੇ ਨੇ। ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਜਿਸ ਨੇ ਅੰਮ੍ਰਿਤ ਰੂਪ ਬਾਣੀ ਦੇ ਨਾਲ ਰਸ ਕਹੀਏ ਪ੍ਰੇਮ ਕੀਤਾ ਹੈ, ਉਸ ਨੂੰ ਬ੍ਰਹਮਾਨੰਦ ਆਤਮਿਕ ਆਨੰਦ ਰੂਪੀ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਅੰਮ੍ਰਿਤ ਹਰਿ ਕਾ ਨਾਮ। ਹਰ ਉਸ ਨੇ ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਜਪਿਆ ਹੈ।
ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ ਗੁਰ ਉਪਦੇਸ਼ ਰੂਪ ਅੰਮ੍ਰਿਤ ਬਾਣੀ ਦੁਆਰਾ ਜਦੋਂ ਮਹਾਰਾਜ ਫਰਮਾਉਂਦੇ ਨੇ ਕਿ ਹਰੀ ਦਾ ਜੋ ਨਾਮ ਹੈ ਅੰਮ੍ਰਿਤ ਹਰਿ ਕਾ ਨਾਮ ਇਹ ਵੀ ਅੰਮ੍ਰਿਤ ਰੂਪ, ਇਹਨੂੰ ਜਦ ਹਿਰਦੇ ਵਿੱਚ ਧਾਰਿਆ ਤਾਂ ਬ੍ਰਹਮਾਨੰਦ ਰੂਪੀ ਅਮਿਓ ਰਸ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਈ। ਜਿਹੜਾ ਬ੍ਰਹਮਾਨੰਦ ਹੈ ਇਹ ਅੰਮ੍ਰਿਤ ਰਸ ਦੀ ਤਰ੍ਹਾਂ ਹੈ। ਜਿਵੇਂ 36 ਪ੍ਰਕਾਰ ਦੇ ਭੋਜਨ ਨੇ ਔਰ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ 6 ਪ੍ਰਕਾਰ ਦਾ ਰਸ ਹੈ। ਇਸੇ ਪ੍ਰਕਾਰ ਜੋ ਮਹਾਰਾਜ ਦਾ ਨਾਮ ਅੰਮ੍ਰਿਤ ਹੈ ਇਹ ਰਸ ਵਾਲਾ ਹੈ। ਪਰ ਬਹੁਤ ਹੀ ਅਫਸੋਸ ਹੈ ਕਿ ਨਾ ਤਾਂ ਸਾਨੂੰ ਨਾਮ ਦਾ ਰਸ ਆਇਆ ਹੈ, ਨਾ ਸਾਡੇ ਪਾਸ ਕੋਈ ਗਿਆਨ ਹੈ ਤੇ ਨਾ ਹੀ ਧਿਆਨ ਹੈ। ਬੇਸ਼ੱਕ ਅਸੀਂ ਬਾਣੀ ਵੀ ਪੜ੍ਹਦੇ ਹਾਂ, ਪਾਠ ਵੀ ਕਰਦੇ ਹਾਂ, ਕਥਾ ਕੀਰਤਨ ਵੀ ਕਰਦੇ ਸੁਣਦੇ ਹਾਂ, ਛੋਟੀ ਉਮਰ ਤੋਂ ਹੀ ਲੱਗੇ ਹੋਏ ਹਾਂ, ਪਰ ਸਾਨੂੰ ਅੱਜ ਤੱਕ ਨਾ ਤਾਂ ਅੰਮ੍ਰਿਤ ਤੇ ਨਾ ਹੀ ਰਸ ਦੀ ਪ੍ਰਾਪਤੀ ਹੋਈ ਹੈ। ਜਿਸ ਤਰ੍ਹਾਂ ਦੇ ਲੱਗੇ ਸੀਗੇ ਉਹਦੇ ਨਾਲੋਂ ਸਗੋਂ ਹੇਠਾਂ ਹੀ ਡਿੱਗੇ ਆ, ਉੱਪਰ ਨਹੀਂ ਉੱਠੇ। ਅਵਸਥਾ ਬਣਨੀ ਚਾਹੀਦੀ ਸੀ ਸਗੋਂ ਕਿ ਹੇਠਾਂ ਹੀ ਹੇਠਾਂ ਆਈ ਗਏ ਹਾਂ। ਚੜ੍ਹਦੀ ਕਲਾ ਵਾਲਾ ਜੋ ਜੀਵਨ, ਚੜ੍ਹਦੀ ਕਲਾ ਵਾਲੀ ਅਵਸਥਾ ਨਹੀਂ ਬਣੀ ਜੋ ਮਹਾਰਾਜ ਨੇ ਦਰਸਾਈ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ। ਸਾਡੇ ਮਨ ਵਿੱਚ ਕਾਹਲੀ ਪਈ ਰਹਿੰਦੀ ਹੈ। ਜੇ ਸ੍ਰੀ ਸਹਿਜ ਪਾਠ ਰੱਖ ਲਓ, ਉਹ ਮੇਰੇ ਆਪ ਦੀ ਗੱਲ ਹੈ ਕਿ ਸਾਡਾ ਧਿਆਨ ਹੁੰਦਾ ਹੈ ਕਿ ਘੱਟ ਤੋਂ ਘੱਟ ਜੇ ਅਖੰਡ ਪਾਠੀ 2 ਘੰਟਿਆਂ ਵਿੱਚ 60 ਅੰਗ ਕਰਦਾ, ਉਹਦਾ ਨਿਯਮ ਹੈ, ਤੇ ਅਸੀਂ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤਾ, ਸਾਨੂੰ 100 ਅੰਗ ਤਾਂ ਘੱਟੋ ਘੱਟ 2 ਘੰਟਿਆਂ 'ਚ ਕਰਨਾ ਚਾਹੀਦਾ ਹੀ ਹੈ। ਸ੍ਰੀ ਸਹਿਜ ਪਾਠ ਦੌਰਾਨ ਅਸੀਂ ਰਸ ਨਹੀਂ ਲੈਂਦੇ, ਅੰਮ੍ਰਿਤ ਨਹੀਂ ਪੀਂਦੇ, ਸਗੋਂ ਗੱਲ ਮੁਕਾਉਣ ਵਾਲੀ ਕਰਦੇ ਹਾਂ ਵੀ 100 ਅੰਗ ਦਵਾ ਦਵ ਪੜ੍ਹ ਦਿਓ, ਇੰਨਾ ਕੀ ਸਾਡਾ ਕੰਮ ਹੈ। 100 ਅੰਗ ਤੂੰ ਪੜ੍ਹ ਦੇ, 100 ਅੰਗ ਮੈਂ ਪੜ੍ਹੂੰਗਾ, 200 ਅੰਗ ਹੋ ਗਿਆ। ਤੇ ਲੋਕ ਵੀ 7 ਦਿਨਾਂ ਦਾ ਟਾਈਮ ਦਿੰਦੇ ਨੇ। ਮਰਗ ਦਾ ਤਾਂ ਹੋਰ ਵੀ ਘਟ ਜਾਂਦਾ ਹੈ। ਉੱਥੇ ਬੰਦਾ ਕਰੇ ਵੀ ਕੀ? ਉਹ ਆਪ ਦਾ ਅੰਮ੍ਰਿਤ ਲਵੇ, ਰਸ ਲਵੇ ਕਿ ਲੋਕਾਂ ਨੂੰ ਸੁਣਾਵੇ ਕਿ ਜਾਂ ਆਪਦੇ ਅੰਗ ਪੂਰੇ ਕਰੇ, ਫਿਰ ਤੇ ਦਵਾ ਦਾਵੀ ਆ। 200 ਅੰਗ ਤਾਂ 7 ਦਿਨਾਂ ਬਾਅਦ ਭੋਗ ਪੈਂਦਾ, ਤੇ ਮਰਗ ਦੇ ਵਿੱਚ 2 ਦਿਨ ਤਾਂ ਉਹੀ ਲੰਘ ਜਾਂਦੇ। ਇੱਕ ਦਿਨ ਪੁਰਾਣੀ ਚੜ੍ਹਾਈ ਕੀਤਾ, ਉਦਣ ਗਿਆ। ਜੇ ਉਹਦਾ ਸੰਸਕਾਰ ਅਗਲੇ ਦਿਨ ਵੀ ਹੋ ਗਿਆ ਤਾਂ ਵੀ 2 ਦਿਨ ਤਾਂ ਟੱਪ ਗਏ। ਤੋ ਜੇ ਬਾਅਦ ਦੇ ਵਿੱਚ ਫੁੱਲ ਪਵਾ ਕੇ ਫਿਰ ਬਾਅਦ ਦੇ ਵਿੱਚ ਪਾਠ ਆਰੰਭ ਕਰਾਉਣਾ ਹੋਇਆ ਤੇ ਤਾਂ ਵੀ ਟਾਈਮ ਲੇਟ ਹੋ ਗਿਆ। ਫਿਰ ਇੱਕ ਦਿਨ ਭੋਗ ਦਾ ਲੰਘ ਗਿਆ। ਦਿਨ ਬੜੇ ਸੀਮਤ ਜੇ ਹੁੰਦੇ ਨੇ, ਉੱਥੇ ਬੰਦਾ ਕਰੇ ਵੀ ਕੀ? ਜੇ ਆਪ ਦਾ ਵੀ ਰੱਖੋ ਤਾਂ ਵੀ ਮਨ 'ਚ ਕਾਹਲ ਪਈ ਰਹਿੰਦੀ ਹੈ ਵੀ ਅੰਗ ਪੜੋ। ਮਤਲਬ ਸਾਨੂੰ ਪਤਾ ਸਾਰਾ ਕੁਛ ਹੈ ਕਿ ਬਾਣੀ ਦੇ ਵਿੱਚ ਰਸ ਹੈ, ਪਰ ਆਉਂਦਾ ਨਹੀਂ ਹੈ। ਜਦੋਂ ਵੀ ਆਰੰਭ ਕਰ ਲਓ ਉਦੋਂ ਦਵਾ ਦਵ ਦਾ ਚੱਕਰ ਪੈ ਜਾਂਦਾ ਵੀ ਛੇ ਦੀ ਪੜ੍ਹੋ ਅਤੇ ਕੰਮ ਮੁਕਾਓ। ਬਹੁਤੀ ਦੂਰ ਨਹੀਂ ਜਾਂਦੇ ਆ, 5 ਬਾਣੀਆਂ ਦਾ ਪਾਠ ਹੀ ਹੈ। ਇਹ ਵੀ ਸੋਚੀਦਾ ਵੀ ਛੇ ਦੀ ਕੰਮ ਮੁਕਾ ਦਿਓ, ਅੱਧੇ ਘੰਟੇ 'ਚ ਪੜ੍ਹ ਦਿਓ। ਸੁਖਮਨੀ ਸਾਹਿਬ ਵੀ ਬਹੁਤਾ ਟਾਈਮ ਕੀ ਲਾਉਣਾ, 35 ਕੁ ਮਿੰਟਾਂ 'ਚ ਪੜ੍ਹ ਕੇ ਲਾਂਭੇ ਕਰੋ, ਪੜ੍ਹਨਾ ਹੀ ਹੈ।
ਨਾ ਤਾਂ ਮਨ ਦੀ ਭਾਵਨਾ ਹੈ ਕਿ ਸਾਡੀ ਇਕਾਗਰਤਾ ਬਣੇ, ਕਿਉਂਕਿ ਇਕਾਗਰਤਾ ਦੇ ਵਿੱਚ ਹੀ ਰਸ ਹੈ, ਨਾ ਕੋਈ ਦਿਲੋਂ ਪ੍ਰੇਮ ਹੈ। ਤੇ ਜੋ ਡਿਊਟੀ ਹੈ ਉਹ ਅਸੀਂ ਕੇਵਲ ਪੈਸੇ ਖਾਤਰ, ਉਹਦਾ ਧਿਆਨ ਮਾਇਆ ਦੇ ਵਿੱਚ ਹੈ, ਸਮਾਂ ਪੂਰਾ ਕਰਨ ਵਿੱਚ ਹੈ। ਮਨ ਵਿੱਚ ਕਾਹਲ ਪਈ ਹੁੰਦੀ ਹੈ ਕਿ ਕਦੋਂ ਸਾਡਾ ਡਿਊਟੀ ਵਾਲਾ ਸਮਾਂ ਸਮਾਪਤ ਹੁੰਦਾ ਹੈ। ਕਿਉਂ ਇਹ ਸਾਡੀ ਬਹੁਤ ਵੱਡੀ ਘਾਟ ਹੈ। ਜੋ ਨਾਮ ਸਿਮਰਨ ਅਸੀਂ ਆਪ ਨਹੀਂ ਕਰਦੇ, ਪੈਸੇ ਦੇ ਕੇ ਵੀ ਪਾਠ ਹੁੰਦੇ ਨੇ ਤੇ ਪੈਸੇ ਦੇ ਕੇ ਵੀ ਅਰਦਾਸ ਹੁੰਦੀ ਹੈ, ਉਹਦੇ ਵਿੱਚ ਫਿਰ ਨਾਮ ਦਾ ਰਸ ਕੀ ਆਉਣਾ ਜਦ ਆਪ ਕੁਛ ਕੀਤਾ ਹੀ ਨਹੀਂ। ਪਹਿਲੀ ਗੱਲ ਤਾਂ ਸਿਮਰਨ ਨਹੀਂ ਕਰਦੇ। ਮੈਂ ਵੇਖਿਆ ਵੀ 2-2.5 ਘੰਟੇ ਸਿਮਰਨ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਾਅਦ ਜੇ ਤੁਸੀਂ ਰੌਲ ਲਾਓਗੇ, ਨਿਤਨੇਮ ਕਰੋਗੇ, ਉਹਦਾ ਆਨੰਦ ਕੁਝ ਵੱਖਰਾ ਹੋਊਗਾ। ਜੇ ਭੱਜੋ ਭਜਈਏ ਦੇ ਚੱਕਰ ਵਿੱਚ ਥੱਕੇ ਟੁੱਟੇ ਭੱਜੇ ਭੱਜੇ ਆ ਕੇ ਬੈਠ ਜਾਓਗੇ ਤੇ ਆ ਕਥਾ ਹੀ ਹੈ, ਕੀਰਤਨ ਹੀ ਹੈ। ਜੇ 10-20 ਮਿੰਟ ਸੰਗਤ 'ਚ ਬੈਠ ਕੇ ਜਾਂ ਕੁਛ ਆਪ ਦਾ ਮਨ ਵਾਹਿਗੁਰੂ ਵਾਹਿਗੁਰੂ 'ਚ ਟਿਕਾ ਕੇ ਬੈਠਾਂਗੇ, ਫਿਰ ਤਾਂ ਗੱਲ ਕੁਛ ਹੋਰ ਹੋਏਗੀ। ਤੇ ਜੇ ਭੱਜੋ ਭਜਈਏ ਦੇ ਚੱਕਰ ਕਾਹਲ ਕਾਹਲ ਆ ਕੇ ਬਹਿ ਜਾਵਾਂਗੇ, ਫਿਰ ਮਾਨਸਿਕ ਸਥਿਤੀ ਕੁਝ ਹੋਰ ਹੋਵੇਗੀ। ਸੋ ਸਿਮਰਨ ਨਹੀਂ ਕਰਦੇ, ਪਹਿਲੀ ਗੱਲ ਇਹ ਹੈ। ਜੇ ਕਰਦੇ ਹਾਂ ਤਾਂ ਬਹੁਤ ਥੋੜ੍ਹਾ ਕਰਦੇ ਹਾਂ। ਕੇਵਲ ਨਿਤਨੇਮ ਦੀਆਂ 5 ਬਾਣੀਆਂ ਪੜ੍ਹ ਲਈਆਂ ਤੇ ਫਿਰ ਵਿਹਲੇ। ਤੂੰ ਕੌਣ ਦੇ ਮੈਂ ਕੌਣ, ਗੁਟਕੇ ਦਾ ਪਤਾ ਹੀ ਨਹੀਂ, ਸਿਰਹਾਣੇ 'ਤੇ ਪਿਆ ਹੈ, ਉੱਚੀ ਜਗ੍ਹਾ 'ਤੇ ਰੱਖਿਆ ਵੀ ਹੈ ਕਿ ਨਹੀਂ ਰੱਖਿਆ, ਉਹਦੇ ਨਾਲ ਰੁਮਾਲਾ ਲੱਗਾ ਵੀ ਹੈ ਕਿ ਨਹੀਂ ਲੱਗਾ। ਹੁਣ ਕੱਲ੍ਹ ਨੂੰ ਵੇਖਾਂਗੇ ਜਦੋਂ 5 ਬਾਣੀਆਂ ਦਾ ਟਾਈਮ ਆਊਗਾ, ਇੰਨਾ ਟਾਈਮ ਵੀ ਨਹੀਂ ਹੈ ਗੁਟਕੇ ਨੂੰ ਸਵਾਰ ਕੇ ਰੱਖਣ ਦਾ। ਆਪਾਂ ਸਮਝਦੇ ਹਾਂ ਵੀ ਸਿਰੋਂ ਭਾਰ ਲੈ ਗਿਆ, 5 ਬਾਣੀਆਂ ਪੜ੍ਹ ਲਈਆਂ, ਬਸ ਪੰਡ ਉਤਰ ਗਈ, ਵਿਹਲੇ, ਜਿੱਥੇ ਮਰਜ਼ੀ ਸੌਂ ਬੈਠੋ, ਖਾਓ ਪੀਓ। ਦੁਕਾਨਦਾਰ ਸਮਝਦੇ ਨੇ ਵੀ ਮਾੜੀ ਜੀ ਧੂਪ ਦਿਖਾਈ, ਉਹ ਹਨੂਮਾਨ ਜਾਂ ਦੇਵੀ ਅੱਗੇ ਜੋਤ ਜਗਾਈ, ਹੱਥ ਜੋੜੇ, ਸਿਰ ਤੇ ਰੁਮਾਲ ਰੱਖ ਕੇ ਰਾਮ ਰਾਮ ਕੀਤਾ, 2-4 ਮਿੰਟ ਅੱਖਾਂ ਬੰਦ ਕੀਤੀਆਂ ਤੇ ਚਲੋ ਮੇਰੇ ਭਾਈ, ਸਾਰੀ ਦਿਹਾੜੀ ਮੁੜ ਕੇ ਝੂਠ ਵੱਢੀ ਜਾਓ, ਦੁਨੀਆ ਲੁੱਟੀ ਜਾਓ। ਬਸ ਇੰਨਾ ਕੁ ਕੰਮ ਸੀ ਧਰਮ ਦਾ। ਆ ਬੱਸਾਂ ਗੱਡੀਆਂ ਵਾਲੇ ਇੱਕ ਗਾਣਾ ਧਾਰਮਿਕ ਲਾ ਦਿੰਦੇ ਨੇ, ਮੁੜ ਕੇ ਫਿਰ ਖੱਚ ਖਾਨਾ, ਕੰਮ ਹੋ ਗਿਆ। ਸ਼ਾਮਾਂ ਨੂੰ ਫਿਰ ਰਹਿ ਰਸ ਪੜ੍ਹੋ, 2 ਮਿੰਟ ਦਾ ਕੀਰਤਨ ਸੋਲਾ ਪੜ੍ਹੋ ਤੇ ਚਲੋ ਮੇਰੇ ਭਾਈ, ਇੰਨਾ ਕੁ ਕੰਮ ਕਰਦੇ ਹਾਂ। ਕਿਉਂਕਿ ਸਾਡੇ ਕੋਲ ਵੇਲ ਹੀ ਨਹੀਂ ਹੈ, ਨੱਠ ਭੱਜ ਦੇ ਵਿੱਚ ਹੀ ਸਾਰਾ ਕੰਮ ਮੁਕਾਉਂਦੇ ਆ। ਜਿਵੇਂ ਕੋਈ ਕੰਮ ਨਿਬੇੜਦਾ ਹੈ, ਇਸ ਤਰ੍ਹਾਂ ਅਸੀਂ ਕੰਮ ਨਿਬੇੜਦੇ ਹਾਂ, ਰਸ ਨਹੀਂ ਲੈਂਦੇ। ਫਿਰ ਕਹਿੰਦੇ ਮਨ ਨਹੀਂ ਟਿਕਦਾ। ਵੱਧ ਤੋਂ ਵੱਧ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਲਿਆ ਜਾਂ ਆਸਾ ਦੀ ਵਾਰ ਕਰ ਲਈ, ਬਸ ਫਿਰ ਸਮਾਪਤੀ। ਜੋ ਅਸੀਂ ਖੁਦ ਪ੍ਰਚਾਰਕ ਹਾਂ, ਕਾਲਜਾਂ ਵਿੱਚੋਂ ਪੜ੍ਹ ਕੇ, ਕਿਤਾਬਾਂ ਪੜ੍ਹ ਕੇ ਤਾਂ ਬਣ ਗਏ, ਸਰਟੀਫਿਕੇਟ ਮਿਲ ਗਿਆ, ਜਿਸ ਨਾਲ ਅਸੀਂ ਪ੍ਰੋਫੈਸਰ ਕਮਾਉਣ ਲੱਗ ਪਏ, ਬੁੱਧੀਜੀਵੀ ਨਾਮ ਰਖਾ ਲਿਆ। ਵਿਦਵਾਨ ਆਦਿਕ ਤਾਂ ਨਿਤਨੇਮ ਵੀ ਨਹੀਂ ਕਰਦੇ। ਆ ਜਿੰਨੇ ਢਾਡੀ ਨੇ, ਕਵੀਸ਼ਰ ਨੇ, ਸਾਡੀ ਕੈਟਾਗਰੀ ਹੈ। ਆਮ ਦੁਨੀਆ ਦਾ ਆਪਦੇ ਕੰਮ 'ਚੋਂ ਵੇਲ ਕੱਢ ਕੇ ਨਿਤਨੇਮ ਘਰ ਵਿੱਚ ਬੈਠ ਕੇ ਨਿਤਨੇਮ ਕਰਦੀ ਦਿਖੂਗੀ। ਪਰ ਜਿਹੜੇ ਸਾਡੇ ਵਰਗਿਆਂ ਨੇ ਚਿੱਟੀਆਂ ਪੱਗਾਂ ਬੰਨੀਆਂ, ਚਿੱਟੇ ਚੋਲੇ ਉੱਪਰ ਦੀ ਗਾਤਰੀ ਪਾਏ, ਕਿਤੇ ਵੇਖ ਲਿਓ ਗੁਟਕਾ ਫੜ ਕੇ, ਕਿਤੇ ਗੁਰਦੁਆਰੇ ਬਹਿ ਕੇ ਨਿਤਨੇਮ ਕੋਈ ਨਹੀਂ ਕਰੂੰਗਾ। ਰਾਗੀ ਸਿੰਘਾਂ ਦੇ ਮਗਰ ਬੈਠੇ ਆਮ ਸੰਗਤ ਆਨੰਦ ਲੈਂਦੀ ਹੋਊਗੀ, ਪਰ ਜਿਹੜੇ ਪ੍ਰਬੰਧਕ ਹੋਣਗੇ ਜਾਂ ਸਟਾਫ ਮੈਂਬਰ ਹੋਣਗੇ ਉਹ ਕਿਤੇ ਹਾਜ਼ਰੀ ਨਹੀਂ ਭਰਨਗੇ। ਕਿਉਂਕਿ ਸਾਡੇ ਮਨ 'ਚ ਆ ਜਾਂਦਾ ਵੀ ਆਪਾਂ ਤਾਂ ਤਰੇ ਹੀ ਹੋਏ ਹਾਂ, ਜਾਂ ਸਾਨੂੰ ਤਾਂ ਸਭ ਕੁਝ ਆਉਂਦਾ ਹੀ ਹੈ, ਅਸੀਂ ਤਾਂ ਸਟਾਫ ਦੇ ਹੀ ਹਾਂ, ਮਤਲਬ ਸਾਨੂੰ ਨਹੀਂ ਲੋੜ ਇੱਥੇ ਬੈਠਣ ਦੀ, ਇਹ ਤਾਂ ਦੁਨੀਆ ਵਾਸਤੇ ਹੈ। ਨਿਤਨੇਮ ਹੀ ਨਹੀਂ ਕਰਦੇ
ਤੇ ਸਗੋਂ ਜਿਹੜੇ ਕਾਲਜੀਏਟ ਪ੍ਰੋਫੈਸਰ ਨੇ ਜਾਂ ਵਿਦਵਾਨ ਨੇ ਉਹ ਇਸ ਗੱਲ ਦਾ ਖੰਡਨ ਵੀ ਕਰ ਦਿੰਦੇ, ਮਤਲਬ ਆਪ ਤਾਂ ਨਹੀਂ ਕਰਨਾ, ਉਹ ਤਾਂ ਕਮਜ਼ੋਰੀ ਹੈ। ਦੂਸਰੇ ਨੂੰ ਕਹਿੰਦੇ ਨੇ ਜੀ ਇਹ ਤਾਂ ਤੋਤੇ ਵਾਲੀ ਰੱਟ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ, ਗਿਆਨੀ ਨਾਹਰ ਸਿੰਘ ਨੇ ਸਪੀਚ ਦੇ ਵਿੱਚ, ਮੈਂ ਸਪੀਚ ਸੁਣੀ, ਉਹਨਾਂ ਦੱਸਿਆ ਕਿ ਜਦ ਮੈਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲੇ ਹੈੱਡ ਗ੍ਰੰਥੀ ਸੀਗਾ ਤੇ ਪਦਮ ਸਾਹਿਬ ਜੀ ਮੈਨੂੰ ਆ ਕੇ ਕਹਿਣ ਲੱਗੇ, ਕਹਿੰਦੇ ਵੀ ਪਾਠ ਕਰਨ ਦਾ ਕੀ ਫਾਇਦਾ ਜੀ, ਤੁਸੀਂ ਬਾਰ-ਬਾਰ ਕਹਿੰਦੇ ਹੋ ਪਾਠ ਕਰੋ ਪਾਠ ਕਰੋ, ਇੰਨੇ ਜਪਜੀ ਸਾਹਿਬ ਦੇ ਪਾਠ ਕਰੋ, ਇੰਨੇ ਸੁਖਮਨੀ ਸਾਹਿਬ ਦੇ ਕਰੋ। ਬਾਣੀ ਤਾਂ ਕਹਿੰਦੀ ਹੈ ਜੀਵਨ ਜਾਚ ਸਿੱਖੋ, ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਇਹ 'ਚ ਤਾਂ ਗਾਈਡੈਂਸ ਲੈ, ਹਦਾਇਤਾਂ ਨੇ ਆਪ ਦਾ ਜੀਵਨ ਉੱਚਾ ਕਰਨ ਬਾਰੇ, ਸਿੱਖਿਆਵਾਂ ਨੇ, ਤੇ ਉਹਨਾਂ ਨੂੰ ਬਾਰ-ਬਾਰ ਪੜ੍ਹਨ ਦਾ ਬੜਾ ਕੀ ਮਤਲਬ ਹੋਇਆ। ਉਹ ਤੋਂ ਸਿੱਖਿਆ ਲਓ, ਆਪ ਦਾ ਜੀਵਨ ਉੱਚਾ ਕਰੋ, ਬਣਾਓ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਕਿਸੇ ਨਾਨਕਸਰ ਦੇ ਗਿਆਨੀ ਸਿੰਘ ਨੇ ਇੰਨਾ ਹੀ ਬੋਲਿਆ ਵੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨ ਦਾ ਲਾਭ ਹੈ, ਮਹਾਂਪੁਰਖਾਂ ਨੇ ਦੱਸਿਆ। ਉਹਦੀ ਇੰਨੀ ਵੱਡੀ ਗੱਲ ਬਣਾਤੀ, ਸਿੰਘ ਸਾਹਿਬ ਤੱਕ ਫੋਨ ਚਲੇ ਗਏ ਕਿ ਤੁਸੀਂ ਬਾਬਿਆਂ ਨੂੰ ਕਿਉਂ ਕਥਾ ਦੇ ਲਾਉਂਦੇ ਹੋ। ਮੈਂ ਕਈ ਵਾਰ ਫੋਨ ਕੀਤਾ, ਕਹਿੰਦੇ ਵੀ ਆਹ ਚੱਕਰ ਚੱਲ ਪਿਆ। ਮਤਲਬ ਉਹਨਾਂ ਸਟੇਜਾਂ 'ਤੇ ਜਿਨ੍ਹਾਂ ਦੀ ਮਿਸ਼ਨਰੀ ਦਾ ਪ੍ਰਭਾਵ ਹੈ, ਅਸੀਂ ਕਥਾ ਦੇ ਵਿੱਚ ਇਹ ਵੀ ਨਹੀਂ ਬੋਲ ਸਕਦੇ ਵੀ ਜਪਜੀ ਸਾਹਿਬ ਦੇ ਪਾਠ ਕਰੋ ਜੀ, ਸੁਖਮਨੀ ਸਾਹਿਬ ਦੇ ਪਾਠ ਹੈ, ਗੁਰਬਾਣੀ ਦਾ ਨਿਤਨੇਮ ਹੀ। ਉਹ ਕਹਿੰਦੇ ਆਖੇ ਜੀ ਇਹਦਾ ਤੋਤੇ ਵਾਲੀ ਰੱਟ ਹੈ ਜੀ, ਸਿਮਰਨ ਦਾ ਬੜਾ ਕੀ ਮਤਲਬ ਹੋਇਆ, ਬਾਣੀ ਤਾਂ ਜੀਵਨ ਜਾਚ ਸਿਖਾਉਂਦੀ ਹੈ। ਹੈਰਾਨੀ ਦੀ ਗੱਲ ਹੈ, ਪਹਿਲਾਂ ਰਾਧਾ ਸੁਆਮੀ ਜਾਂ ਸਰਸੇ ਵਾਲੇ ਜਾਂ ਹੋਰ ਜਿਹੜੇ ਦੇਹਧਾਰੀ ਗੁਰੂ ਹੋਏ, ਉਹ ਕਹਿੰਦੇ ਹੁੰਦੇ ਸੀ ਵੀ ਬਾਣੀ ਪੜ੍ਹਨ ਦਾ ਕੋਈ ਲਾਭ, ਬਾਰ-ਬਾਰ ਦਾ ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ। ਪਾਠ ਪੂਜਾ ਤੁਸੀਂ ਸਾਡੇ ਕੋਲੋਂ ਆਓ, ਅਸੀਂ ਤੁਹਾਨੂੰ ਨਾਮ ਦਿੰਦੇ, ਮਾਲਾ ਦਿੰਦੇ, ਤੁਸੀਂ ਸਾਡਾ ਨਾਮ ਜਪੋ ਜਿਹੜਾ ਸਾਡੇ ਵੱਲੋਂ ਦਿੱਤਾ ਹੋਇਆ। ਤੇ ਅਸੀਂ ਖੁਦ ਆਪ ਹੀ ਇਹੀ ਗੱਲਾਂ ਕਰਨ ਲੱਗ ਪਏ ਵੀ ਸਾਡੇ 'ਚ ਤਾਂ ਉਹਨਾਂ 'ਚ ਫਰਕ ਕੀ ਰਹਿ ਗਿਆ। ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਤੋਂ ਤਾਂ ਪਹਿਲਾਂ ਹੀ ਟੁੱਟੇ ਹੋਏ ਆ। ਦੱਸੋ ਕੋਈ ਵੱਡਿਆਂ ਰੂਹ ਵੀ ਕਰਦਾ ਬਾਣੀ ਪੜ੍ਹਨ ਨੂੰ, ਸਾਡਾ ਆਪ ਦਾ ਨਹੀਂ ਕਰਦਾ। ਮਾਰੀ ਛਾਲ ਤੇ ਚਲੋ ਮੇਰੇ ਭਾਈ, ਆਪਦੀ ਡਿਊਟੀ ਕਰੋ। ਨਿਤਨੇਮ ਦਾ ਮਤਲਬ ਹੀ ਕੋਈ ਨਹੀਂ। ਕਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਤੂੰ ਨਿਤਨੇਮ ਕੀਤਾ? ਨਹੀਂ। ਤੇ ਇਸ ਵਾਸਤੇ ਜੀ ਤਾਂ ਪਹਿਲਾਂ ਹੀ ਨਹੀਂ ਕਰ ਰਿਹਾ। ਸਾਡੇ ਨਿਆਣੇ ਵੇਖੋ, ਇਹਨਾਂ ਨੂੰ ਪੁੱਛ ਕੇ ਵੇਖ ਲਓ, ਕਿਸੇ ਨੂੰ ਜਪਜੀ ਸਾਹਿਬ ਦੀਆਂ 5 ਪੌੜੀਆਂ ਆਉਂਦੀਆਂ, ਜੀ ਤਾਂ ਪਹਿਲਾਂ ਹੀ, ਦੁਨੀਆ ਦਾ ਪਹਿਲਾਂ ਹੀ ਬਾਣੀ ਤੋਂ ਦੂਰ ਹੈ। ਫਿਰ ਉਹਨਾਂ ਹੀ ਸਟੇਜਾਂ 'ਤੇ ਜਿੱਥੋਂ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ, ਜੇ ਆਪਾਂ ਬਾਣੀ ਦੀ ਵਿਰੋਧਤਾ ਵਿੱਚ ਬਾਤਾਂ ਮਾਰਾਂਗੇ ਫਿਰ ਗੁਰਸਿੱਖੀ ਕਾਹਦੀ ਹੋਈ ਭਾਈ। ਪੁਰਾਤਨ ਗੁਰਸਿੱਖ ਵੱਡੀਆਂ 5 ਬਾਣੀਆਂ, ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ, ਸ੍ਰੀ ਸੁਖਮਨਾ ਸਾਹਿਬ, ਦੱਖਣੀ ਓੰਕਾਰ, ਸਿੱਧ ਗੋਸ਼ਟ, ਬਾਮਨ ਅਖਰੀ ਆਦਿਕ ਪਾਠ ਪੜ੍ਹਿਆ ਕਰਦੇ। ਅੱਜ ਸਾਡੇ ਵਿੱਚ ਇਹ ਬਹੁਤ ਵੱਡੀ ਘਾਟ ਆ ਗਈ ਹੈ। ਅਸੀਂ ਇਸ ਨੂੰ ਤੋਤੇ ਵਾਲੀ ਰੱਟ ਬੋਲਦੇ ਹਾਂ। ਅੱਜ ਕੱਲ੍ਹ ਦੇ ਟਕਸਾਲੀ ਕਥਾਵਾਚਕ ਵੀ ਨਿਤਨੇਮ ਕਰ ਲੈਂਦੇ ਨੇ, ਕਿਉਂਕਿ ਜਦ ਅਸੀਂ ਪੰਜਾਂ ਪਿਆਰਿਆਂ ਸੇਵਾ ਕਰਨੀ ਹੁੰਦੀ ਹੈ, ਸਾਨੂੰ ਪੁੱਛਿਆ ਜਾਂਦਾ ਕਿ ਸਿੰਘ ਜੀ ਤੁਸੀਂ 5 ਪਿਆਰਿਆਂ ਦੀ ਸੇਵਾ ਵਿੱਚ ਲੱਗਣ ਲੱਗੇ ਹੋ, ਕੀ ਤੁਸੀਂ 5 ਬਾਣੀਆਂ ਡੇਲੀ ਪੜ੍ਹਦੇ ਹੋ? ਆਪਾਂ ਕਹਿੰਦੇ ਹਾਂ ਜੀ, ਪੜ੍ਹਨੀਆਂ ਤਾਂ ਪੈਂਦੀਆਂ ਹੀ ਨੇ, ਪਰ ਉਹ ਖਿੱਚ ਧੂ ਕੇ ਹੀ ਪੂਰੀਆਂ ਕਰਦੇ ਆ, ਮਨ ਟਿਕਾ ਕੇ ਨਹੀਂ। ਫਿਰ ਵਾਹਿਗੁਰੂ ਨਾਮ ਦਾ ਸਿਮਰਨ ਬਿਲਕੁਲ ਮਾਈਨਸ। ਫਿਰ ਹੰਕਾਰ ਕਰਦੇ ਹਾਂ ਵੀ ਆਪਾਂ ਸਿੰਘ ਸਾਹਿਬ ਆ ਜਾਂ ਆਪਾਂ ਟਕਸਾਲੀ ਹਾਂ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਸ੍ਰੀ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਕਥਾਵਾਚਕ ਗਿਆਨੀ ਦਲੀਪ ਸਿੰਘ ਜੀ ਹੁੰਦੇ ਸੀਗੇ। ਮੈਂ ਸਟੇਜ ਤੋਂ ਉਹਨਾਂ ਦੀ ਕਥਾ ਨਹੀਂ ਸੁਣੀ, ਰਿਕਾਰਡਿੰਗ ਸੁਣੀ ਹੈ। ਤੇ ਉਹਨਾਂ ਵੱਲੋਂ ਬੇਨਤੀ ਹੋਈ, ਉਹਨਾਂ ਨੇ ਕਿਹਾ ਕਿ ਮਹਾਂਪੁਰਖੋ ਕਥਾ ਤਾਂ ਮੈਂ ਕਰਦਾ ਹਾਂ, ਮੇਰੀ ਡਿਊਟੀ ਤਾਂ ਤੁਸੀਂ ਲਵਾਤੀ ਸ਼੍ਰੋਮਣੀ ਕਮੇਟੀ 'ਚ, ਪਰ ਸੁਣ ਕੇ ਕੋਈ ਰਾਜੀ ਨਹੀਂ ਹੈ। ਕਹਿੰਦੇ ਕਿਉਂ ਸੁਣਦਾ ਕਿਉਂ ਨਹੀਂ ਕੋਈ? ਕਹਿੰਦੇ ਮੇਰੀ ਬੋਲ ਬਾਣੀ 'ਚ ਹੀ ਰਸ ਨਹੀਂ ਹੈ।
ਕਹਿੰਦੇ ਫਿਰ ਰਸ ਕਿਵੇਂ ਭਰੂਗਾ? ਤੂੰ ਫਿਰ ਆਪ ਦਾ ਨਿਤਨੇਮ ਦਾ ਇੰਜ ਕਰ, 1.25 ਲੱਖ ਮੂਲ ਮੰਤਰ ਦਾ ਜਾਪ ਕਰ, ਫਿਰ ਤੇਰੀ ਰਸਨਾ 'ਚ ਰਸ ਭਰੇਗਾ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ, ਸ੍ਰੀ ਹਰਮੰਦਰ ਜੀ, ਤਖਤ ਸਾਹਿਬ ਦੇ ਸਿੰਘ ਸਾਹਿਬ ਜਦ ਇਹ ਕਥਾ ਕਰਦੇ ਮੈਂ ਇਹਨਾਂ ਦੇ ਮੂੰਹ ਵਾਲੀ ਵੇਖੀ ਜਾਂਦਾ, ਇੰਨਾ ਮਿੱਠਾ ਬੋਲਦੇ, ਜਿਸ ਤਰ੍ਹਾਂ ਛੋਟਾ ਜਿਹਾ ਬੱਚਾ 5 ਸਾਲ ਦਾ, 6 ਸਾਲ ਦਾ, 8 ਸਾਲ ਦਾ, 10 ਸਾਲ ਦਾ, ਤੁਸੀਂ ਉਹਨੂੰ ਬਾਰ-ਬਾਰ ਬੁਲਾਓਗੇ। ਕਿਉਂ ਬੁਲਾਓਗੇ? ਕਿਉਂਕਿ ਉਹਦੀ ਬੋਲ ਬਾਣੀ ਬੜੀ ਮਿੱਠੀ ਲੱਗੂਗੀ ਤੁਹਾਨੂੰ, ਬਹੁਤ ਸੋਹਣਾ ਬੋਲੇਗਾ। ਜਦ ਵੀ ਸਿੰਘ ਸਾਹਿਬ ਪ੍ਰਚਾਰ ਕਰਦੇ, ਸਭ ਤੋਂ ਪਹਿਲਾਂ ਤਖਤ ਸਾਹਿਬ ਤੇ ਜਦ ਮੈਂ ਗਿਆ ਤੇ ਉਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਸ਼ਸਤਰ ਦਿਖਾ ਰਹੇ ਸੀ, ਔਰ ਮਹਾਰਾਜ ਦਾ ਗੁਲੇਲਾ ਮੈਨੂੰ ਅਜੇ ਤੱਕ ਯਾਦ ਹੈ। ਬੜੇ ਪਿਆਰ ਤੇ ਮਿਠਾਸ ਭਰੀ ਆਵਾਜ਼, ਇਹ ਗੁਲੇਲਾ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਬੜੇ ਪਿਆਰ ਨਾਲ ਐਂ ਟਿਕਾ ਕੇ ਇਹਨਾਂ ਗੁਲੇਲੀਆਂ ਦੇ ਨਾਲ ਗੁਰੂ ਪਾਤਸ਼ਾਹ ਬੀਬੀਆਂ ਦੇ ਘੜੇ ਬੰਨਿਆ ਕਰਦੇ ਸਨ। ਪਰ ਬੀਬੀਆਂ ਨੇ ਗੁੱਸਾ ਕੀਤਾ, ਮਾਤਾ ਗੁਜਰੀ ਜੀ ਦੇ ਕੋਲ ਸ਼ਿਕਾਇਤ ਲਾਈ, ਆਖਿਆ ਮਾਤਾ ਜੀ ਸਾਹਿਬਜ਼ਾਦੇ ਨੂੰ ਰੋਕੋ, ਤੁਹਾਡਾ ਸਾਹਿਬਜ਼ਾਦਾ ਗੁਲੇਲੇ ਮਾਰ ਕੇ ਸਾਡੇ ਘੜੇ ਭੰਨ ਦਿੰਦਾ ਹੈ। ਤਾਂ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਝਿੜਕਣ ਦੀ ਬਜਾਏ ਆਖਿਆ, ਮੇਰੀਓ ਭੈਣੋ, ਐ ਬੀਬੀਓ, ਆਓ ਮੈਂ ਤੁਹਾਨੂੰ ਦੁੱਧ ਜਲ ਪਾਣੀ ਛਕਾਉਂਦੀ ਹਾਂ, ਬੈਠੋ। ਆ ਫੜੋ ਪਿੱਤਲ ਔਰ ਤਾਂਬੇ ਦੀਆਂ ਗਾਗਰਾਂ, ਤੁਸੀਂ ਘੜਿਆਂ ਨੂੰ ਰਹਿਣ ਦਿਓ, ਪਿੱਤਲ ਤੇ ਤਾਂਬੇ ਦੀਆਂ ਗਾਗਰਾਂ ਲੈ ਜਾਓ ਤੇ ਭੈਣ ਬਣ ਕੇ, ਬੱਚਾ ਮੇਰਾ ਛੋਟਾ, ਗੁੱਸਾ ਨਾ ਕਰੋ, ਪਾਣੀ ਤੁਸੀਂ ਗਾਗਰਾਂ 'ਚ ਲੈ ਆਇਆ ਕਰੋ। ਜਦ ਗੁਰੂ ਸਾਹਿਬ ਜੀ ਜਾਣ ਲੱਗੇ, ਅਗਲੇ ਦਿਨ ਗੁਲੇਲਾ ਪਕੜਿਆ ਤਾਂ ਮਾਤਾ ਗੁਜਰੀ ਜੀ ਕਹਿਣ ਲੱਗੇ, ਸਾਹਿਬਜ਼ਾਦਾ ਜੀ ਆ ਫੜੋ ਤੀਰ ਤੇ ਆ ਫੜੋ ਕਮਾਨ, ਅੱਜ ਗੁਲੇਲੇ ਨਾਲ ਕੰਮ ਨਹੀਂ ਬਣੇਗਾ, ਤੀਰ ਦਾ ਨਿਸ਼ਾਨਾ ਲਾਉਣਾ ਪਏਗਾ। ਆ ਤੀਰ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਦਾ ਹੈ, ਜੋ ਸਾਹਿਬੇ ਕਮਾਲ ਕਰੀਬ 5 ਸਾਲ ਦੀ ਅਵਸਥਾ ਉਮਰ ਦੇ ਵਿੱਚ ਚਲਾ ਕਰਕੇ ਤੇ ਬੀਬੀਆਂ ਦੇ ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਨੂੰ ਮਿੰਨਿਆ ਕਰਦੇ ਸਨ। ਇੰਨੇ ਪਿਆਰ ਨਾਲ ਸਾਖੀ ਸੁਣਾਉਂਦੇ, ਦਿਲ ਖਿੱਚਿਆ ਜਾਂਦਾ। ਆ ਹੁਣੇ ਇੱਥੇ ਕੋਈ ਮਹਾਂਪੁਰਖ ਚੜ੍ਹਾਈ ਕਰ ਗਏ, ਉਹਨਾਂ ਦੇ ਰਸਨਾ ਤੋਂ ਮੈਂ ਸੁਣਿਆ ਵੀ ਜਿਸ ਵਕਤ ਕਥਾ ਸਿੱਖ ਲਈ ਤੇ ਮੈਨੂੰ ਉਹ ਜਿਹੜੇ ਮਹਾਂਪੁਰਖ ਚੜ੍ਹਾਈ ਕਰ ਗਏ, ਕਹਿੰਦੇ ਉਹ ਮੇਰੇ ਉਸਤਾਦ ਸਨ। ਕਢੂਏ ਦੇ ਸਾਹਮਣੇ ਨਗਰ, ਉਹ ਮੈਨੂੰ ਵਿਸਰ ਜਾਂਦਾ, ਸੱਸੇ ਨਾਲ ਹੈ, ਸਵਾੜਾ ਤਾਂ ਨਹੀਂ, ਸੱਸੇ ਨਾਲ ਹੀ ਹੈ, ਖਰੜ ਦੇ ਨਾਲ ਹੀ। ਉੱਥੋਂ ਦੇ ਮਹਾਂਪੁਰਖ ਕਹਿੰਦੇ ਮੇਰੇ ਵਿਦਿਆ ਦਾਤੇ ਨੇ ਜਿਹੜੇ ਚੜ੍ਹਾਈ ਕਰ ਗਏ, ਕਹਿੰਦੇ ਇਹਨਾਂ ਕਥਾ ਸਿਖਾ ਕੇ ਮੈਨੂੰ ਆਖਿਆ ਕਿ ਗਿਆਨੀ ਜੀ 1.25 ਲੱਖ ਮੂਲ ਮੰਤਰ ਦਾ ਪਾਠ ਕਰੋ। ਕਹਿੰਦੇ ਮੈਂ ਤਾਂ ਕਰਨਾ ਹੀ ਸੀ, ਮੇਰੀ ਘਰ ਵਾਲੀ ਨੇ ਵੀ ਕੀਤਾ, 2.5 ਲੱਖ ਹੋ ਗਿਆ, 1.25 ਲੱਖ ਫੇਰ ਕੀਤਾ। ਫਿਰ ਕਹਿੰਦੇ ਕਿ ਹੋਰ ਕਰਨਾ ਚਾਹੀਦਾ, ਇਸ ਤਰ੍ਹਾਂ ਬੜਾ ਉਹਨਾਂ ਨੇ ਆਪ ਦੇ ਬਾਰੇ ਦੱਸਿਆ। ਫਿਰ ਕਹਿੰਦੇ ਘਰ ਫੋਨ ਆਇਆ, ਤਖਤ ਸਾਹਿਬ ਦੀ ਸੇਵਾ ਮਿਲੀ, ਰਹੋ ਵਿਚਾਰ। ਇਹ ਮਹਾਂਪੁਰਖਾਂ ਦਾ ਸੁਭਾਅ ਸੀਗਾ। ਜਿਹਨੂੰ ਕਥਾ ਸਿਖਾਲਦੇ ਕਹਿੰਦੇ ਕਿ 1.25 ਲੱਖ ਮੂਲ ਮੰਤਰ ਦਾ ਪਾਠ ਕਰਿਆ ਕਰ, ਯਾਨੀ ਕਿ ਜਿੰਨਾ ਗਾਈਡੈਂਸ ਦੇਣੀ ਹੈ, ਸਾਡੇ ਆਗੂ ਨੇ, ਸਾਡੇ ਮੋਹਤਬਾਰ ਨੇ, ਸਾਡੇ ਸਿੱਖਿਆ ਦਾਤੇ ਨੇ, ਬੱਚਿਆਂ ਨੂੰ ਪੜ੍ਹਾਉਣ ਵਾਲੇ ਨੇ, ਤੇ ਉਹਨਾਂ ਲੋਕਾਂ ਦਾ ਨਿਤਨੇਮ ਸਾਥੋਂ ਵੱਧ ਹੋਣਾ ਚਾਹੀਦਾ ਹੈ ਆਮ ਸੰਗਤ ਦੇ ਨਾਲੋਂ, ਤਾਂ ਹੀ ਸਾਡੇ ਬੱਚਿਆਂ ਦੇ ਪ੍ਰਭਾਵ ਪਊਗਾ। ਤੇ ਜੇ ਉਹ ਖੁਦ ਆਪ ਹੀ ਇਹੋ ਜਿਹੀਆਂ ਗੱਲਾਂ ਕਰਨ ਤਾਂ ਦੱਸੋ ਪੰਥ ਕਿਹੜੇ ਪਾਸੇ ਜਾਊਗਾ। ਇਹੋ ਮਹਾਂਪੁਰਖ ਹਰੇਕ ਕਥਾ ਵਾਚਕ ਨੂੰ ਸਮਝਾਉਂਦੇ ਕਿ ਘੱਟ ਤੋਂ ਘੱਟ ਪਹਿਲਾਂ 1 ਸਾਲ ਸਿਮਰਨ ਦਾ ਰਸ ਲਓ, ਔਰ ਫਿਰ ਕਥਾ ਸ਼ੁਰੂ ਕਰੋ।
सगुमा के राम जपो जी ऐसे ऐसे ध्रुव प्रहलाद जपियो हर जैसे। ध्रुव ने ਤੇ ਪ੍ਰਹਿਲਾਦ ਨੇ 5 ਅਤੇ 7 ਸਾਲ ਦੀ ਛੋਟੀ ਜਿਹੀ ਅਵਸਥਾ ਦੇ ਵਿੱਚ ਹੀ ਸਿਮਰਨ ਕਰਕੇ ਪ੍ਰਮਾਤਮਾ ਨੂੰ ਪਾਇਆ। ਕਿੰਨਾ ਚੰਗਾ ਹੋਵੇ ਪੜ੍ਹਾਈ ਦੇ ਦੌਰਾਨ ਹੀ ਬੱਚੇ ਸਿਮਰਨ ਸ਼ੁਰੂ ਕਰ ਦੇਣ। ਆ ਛੁੱਟੀਆਂ ਨੇ, ਇੱਕ ਸਮਰ ਦੀਆਂ ਇੱਕ ਵਿੰਟਰ ਦੀਆਂ ਹੁੰਦੀਆਂ, ਆ ਗਰਮੀਆਂ ਦੀਆਂ ਛੁੱਟੀਆਂ ਜਾ ਰਹੀਆਂ। 2-2.5 ਮਹੀਨੇ ਪਾਠੀ ਸਿੰਘਾਂ ਨੂੰ ਵੀ ਪਾਠ ਬਾਹਰ ਨਹੀਂ ਆਉਂਦੇ। ਬੰਦਾ ਵਿਹਲਾ ਜਿਹਾ ਮਹਿਸੂਸ ਕਰਦਾ। ਅਸੀਂ ਡਿਊਟੀਆਂ ਤਾਂ ਲੱਭਦੇ ਹਾਂ ਕਿ ਆਪਾਂ ਵਿਹਲੇ ਹਾਂ, ਪਰ ਸਿਮਰਨ ਵਾਲੇ ਪਾਸੇ ਸਾਡਾ ਧਿਆਨ ਨਹੀਂ। ਕਿੰਨਾ ਚੰਗਾ ਹੋਏ ਵੀ ਆਪਾਂ ਚਲੀਸਾ ਕੱਢੀਏ। 8 ਘੰਟੇ ਦੇ ਹਿਸਾਬ ਨਾਲ ਦਿਹਾੜੀ ਬਣਦੀ ਹੈ। ਜਿਸ ਤਰ੍ਹਾਂ ਮਜ਼ਦੂਰ ਦਿਹਾੜੀ ਲਾਉਂਦਾ, ਆਪਾਂ ਰੱਬ ਦੇ ਘਰ ਲੇਖਾ ਪਾਈਏ ਦਿਹਾੜੀ। ਪ੍ਰਭ ਘਾਲਿਆ ਕਿਸੇ ਕਹਿ ਕੇ ਤਿਲ ਨਾ ਗਵਾਈ। ਆਪ ਦਾ ਖਜ਼ਾਨਾ ਆਪ ਦੀ ਕਮਾਈ, ਪਰ ਲੋਕ ਵਾਲੀ ਇਕੱਤਰ ਕਰੀਏ। ਪਰ ਨਹੀਂ, ਸਾਡੀ ਸੋਚ ਇਸ ਪਾਸੇ ਦੀ ਨਹੀਂ ਹੈ। ਮਹਾਂਪੁਰਖ ਗਿਆਨੀ ਦਲੀਪ ਸਿੰਘ ਨੂੰ ਆਗਿਆ ਕੀਤੀ ਵੀ ਤੁਹਾਡੀ ਰਸਨਾ ਤਾਂ ਰਸ ਵਾਲੀ ਹੋਏਗੀ। ਉਹਨਾਂ 1.25 ਲੱਖ ਦਾ ਪਾਠ ਕੀਤਾ ਮੂਲ ਮੰਤਰ ਦਾ, ਫਿਰ ਕਥਾ ਵਿੱਚ ਰਸ ਭਰਿਆ। ਤੋ ਇਸ ਵਾਸਤੇ ਉਸਤਾਦ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ, ਜਿਨ੍ਹਾਂ ਤੋਂ ਅਸੀਂ ਪੜ੍ਹੇ ਹਾਂ, ਉਹਨਾਂ ਦੀ ਆਪ ਦੀ ਅਵਸਥਾ ਇਸ ਤਰ੍ਹਾਂ ਦੀ ਸੀਗੀ। ਜਦ ਨਾਨਕ ਪ੍ਰਕਾਸ਼ ਪੜ੍ਹਾਉਂਦੇ ਹੁੰਦੇ ਸਨ ਤਾਂ ਰੋਈ ਜਾਂਦੇ, ਪੜ੍ਹਾਉਂਦਿਆਂ ਹੋਇਆਂ ਰੋਈ ਜਾਣਾ। ਮਹਾਂਪੁਰਖ ਉਹਨਾਂ ਦਾ ਨਾਂ ਹੀ ਵਿਰਾਗੀ ਜੀ ਰੱਖਿਆ ਹੋਇਆ ਸੀਗਾ। ਜਦ ਸੰਥਿਆ ਕਰਾਉਣੀ ਤੇ ਕਿਸੇ ਨੂੰ ਕੋਈ ਮੰਦਾ ਨਹੀਂ, ਕੋਈ ਉੱਚੀ ਜੋ ਕ੍ਰੋਧ ਵਾਲਾ ਬੋਲ ਨਹੀਂ, ਆਪਦਾ ਚੁੱਪ ਕਰਕੇ ਸਿਮਰਨ ਦਾ ਰਸ ਲਈ ਜਾਣਾ। ਜਿੱਥੇ ਗਲਤੀ ਉੱਥੇ ਦੱਸ ਦੇਣਾ। ਉਹਨਾਂ ਦੀ ਵੀ ਇਹ ਵਿਚਾਰ ਹੈ ਕਿ ਕਥਾ ਕਰਨ ਵਾਲੇ ਦੇ ਮਨ ਵਿੱਚ ਕਦੀ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਸੁਣਨ ਵਾਲਿਆਂ ਨੂੰ ਬਹੁਤ ਵੱਡਾ ਵਿਦਵਾਨ ਜਾਂ ਕਲਾਕਾਰ ਜਾਪਾਂ। ਸਟੇਜ ਉੱਪਰ ਕਲਾਕਾਰੀ ਨਹੀਂ ਮਾਰਨੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਆਪਦੇ ਘਰ ਜੋ ਮਰਜ਼ੀ ਕਰੋ। ਇੱਥੇ ਤਾਂ ਰਸ ਦੀ ਭਾਵਨਾ ਹੋਣੀ ਚਾਹੀਦੀ ਹੈ, ਸਫਲਤਾ ਦੀ ਭਾਵਨਾ ਹੋਣੀ ਚਾਹੀਦੀ। ਸਗੋਂ ਖੁਦ ਆਪ ਸਿਮਰਨ ਭਜਨ ਦੀ ਕਮਾਈ ਕਰਕੇ ਪੜ੍ਹ ਕੇ ਵਿਚਾਰ ਕੇ ਸਮਝ ਕੇ ਬੋਲੇ, ਤਾਂ ਕਿ ਸੁਣਨ ਵਾਲਾ ਵੀ ਸਿਮਰਨ ਵੱਲ ਪ੍ਰੇਰਿਤ ਹੋਵੇ। ਅਸਲੀ ਕਥਾ ਦਾ ਰਸ ਤਾਂ ਉਹ ਕਹਿੰਦੇ ਹੁੰਦੇ ਉਦੋਂ ਹੀ ਆਉਂਦਾ ਜਦ ਬਾਣੀ ਰਾਹ ਦੇਵੇ। ਪੜ੍ਹਨ ਪੜ੍ਹਾਉਣ ਦਾ ਵੀ ਚੱਕਰ ਨਹੀਂ ਹੈ। ਪੜ੍ਹਨਾ ਜ਼ਰੂਰੀ ਤਾਂ ਹੈ, ਪੜ੍ਹੀ ਦਾ ਵੀ ਹੈ, ਪਕਾਈ ਦਾ ਵੀ ਹੈ, ਤਿਆਰੀ ਵੀ ਕਰੀਦੀ ਹੈ, ਪਰ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਜਿੰਨਾ ਗੁਰੂ ਗ੍ਰੰਥ ਸਾਹਿਬ, ਜਿੰਨਾ ਚਿਰ ਉਹਨਾਂ ਦੀ ਬਾਣੀ ਰਾਹ ਨਾ ਦੇਵੇ ਉਹਨਾਂ ਚਿਰ ਗੱਲ ਨਹੀਂ ਬਣਦੀ। ਨਿਰਾਪੜਾ ਪੜ੍ਹ ਲਿਖ ਕੇ ਵਿਦਵਾਨ ਬਣ ਕੇ ਜ਼ੁਬਾਨੀ ਯਾਦ ਕਰਕੇ ਸੁਣਾਇਆ ਤਾਂ ਜਾ ਸਕਦਾ, ਪਰ ਸਿਮਰਨ ਤੋਂ ਬਗੈਰ ਸਤਿਗੁਰੂ ਜੀ ਦੇ ਪਾਸੋਂ ਨਾਮ ਰਸ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਮਹਾਂਪੁਰਖਾਂ ਨੇ ਖਾਲਸਾ ਜੀਵਨ ਦੇ ਵਿੱਚ ਅਲੰਕਾਰ ਲਿਖੇ ਨੇ, ਜਿਹਦੇ ਵਿੱਚ ਇੱਕ ਕੀੜੀ ਦਾ ਅਲੰਕਾਰ ਹੈ, ਛੋਟੀ ਜਿਹੀ ਕੀੜੀ ਦਾ ਅਲੰਕਾਰ ਇੱਕ ਉਦਾਹਰਨ ਹੈ। ਇਹ ਗੱਲਾਂ ਸੱਚੀਆਂ ਤਾਂ ਨਹੀਂ, ਪਰ ਸਮਝਾਉਣ ਵਾਸਤੇ ਅਲੰਕਾਰ ਬਣਾਏ ਨੇ। ਇੱਕ ਕੀੜੀ, ਉਸ ਨੂੰ ਮਿਸ਼ਰੀ ਦਾ ਪਹਾੜ ਲੱਭਿਆ ਔਰ ਉਹਨੂੰ ਇੰਨੀ ਮਿਠਾਸ ਆਈ, ਉਹਦਾ ਦਿਲ ਹੀ ਨਾ ਕਰੇ ਛੱਡਣ ਨੂੰ। ਉਹਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਆਪਦੀਆਂ ਭੈਣਾਂ ਨੂੰ, ਆਪਦੀਆਂ ਨਾਲ ਦੀਆਂ ਦੂਸਰੀਆਂ ਕੀੜੀਆਂ ਨੂੰ ਵੀ ਲੈ ਕੇ ਆਵਾਂ। ਉਹ ਭੱਜੀ ਭੱਜੀ ਆਈ, ਆਖਿਆ ਭੈਣੋ, ਹੈ ਮੇਰੀ ਉਹ ਭੈਣੋ, ਆਓ ਮੈਂ ਤੁਹਾਨੂੰ ਇਹੋ ਜਿਹੇ ਮਿਸ਼ਰੀ ਦੇ ਪਹਾੜ ਦੇ ਦਰਸ਼ਨ ਕਰਾਉਂਦੀ ਹਾਂ। ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਪਏਗੀ, ਇੰਨਾ ਮਿੱਠਾ ਰਸ ਹੈ, ਆਓ ਮੈਂ ਤੁਹਾਨੂੰ ਲੈ ਕੇ ਜਾਵਾਂ। ਸਾਰੀਆਂ ਨੇ ਲੈਣ ਲਾ ਲਈ, ਇੱਕ ਦੇ ਮਗਰ ਮਗਰ ਦੂਜੀ ਤੀਜੀ। ਭਾਈ ਗੁਰਦਾਸ ਜੀ ਨੇ ਕੀੜੀਆਂ ਦੀ ਸਿਫਤ ਕੀਤੀ ਹੈ ਵੀ ਬੰਦੇ ਨਾਲੋਂ ਸਾਡੇ ਨਾਲੋਂ ਤਾਂ ਕੀੜੀ ਚੰਗੀ ਹੈ। ਮੇਰਾ ਮੂੰਹ ਸੱਜੇ ਪਾਸੇ ਹੈ, ਦੂਜੇ ਦਾ ਮੂੰਹ ਖੱਬੇ ਪਾਸੇ ਹੈ। ਪਤੀ ਪਤਨੀ ਖੁਰ ਘਰ ਦੇ ਵਿੱਚ ਇੱਕ ਦੂਜੇ ਨਾਲ ਸਹਿਮਤ ਨਹੀਂ। ਨੌ ਸੱਸ ਦੀ ਲੜਾਈ, ਪਤੀ ਪਤਨੀ ਦੀ ਲੜਾਈ, ਕੋਰਟ ਕਚਹਿਰੀਆਂ 'ਚ ਫੀਸਾਂ ਭਰੀ ਜਾਓ, ਆਪਦਾ ਜੀਵਨ ਦਿਮਾਗ ਖਰਾਬ ਕਰੀ ਜਾਓ। ਕੋਈ ਹੈ ਕੰਮ ਦੀ ਗੱਲ ਦੱਸੋ? ਕੀੜੀਓ ਹੀ ਚੰਗੀ ਹੈ ਜਿਹੜੀ ਇੱਕ ਦੇ ਮਗਰ ਦੂਜੀ, ਦੂਜੀ ਮਗਰ ਤੀਜੀ। ਕਿੰਨੀ ਵੇਖੋ ਲੈਣ ਆ ਕਬੂਤਰਾਂ ਦੀਆਂ ਡਾਰਾਂ, ਕਿੰਨੀ ਮੈਜੋਰਟੀ ਹੈ ਇਹਨਾਂ ਦੀ। ਅਸੀਂ ਸਿੱਖ ਕਮਾਉਣ ਵਾਲੇ ਇੱਕ ਦੂਜੇ ਨਾਲ ਮਿਲ ਕੇ ਨਹੀਂ ਬੈਠ ਸਕਦੇ। ਜੇ ਮੈਂ ਕੋਈ ਗੱਲ ਕਰੂੰਗਾ ਤੁਸੀਂ ਸਹਿਮਤ ਨਹੀਂ ਹੋਵੋਗੇ, ਤੁਸੀਂ ਕਰੋਗੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੋਣਾ, ਫਿਰ ਆਪਾਂ ਇੱਕ ਦੂਜੇ ਨਾਲ ਝਗੜਨਾ। ਮੈਂ ਕਹਿਣਾ ਇੰਝ, ਤੁਸੀਂ ਕਹਿਣਾ ਉਂਝ।
ਸਤਿਗੁਰੂ ਨੇ ਸਾਨੂੰ ਸਿਖਾ ਲਿਆ ਏਕ ਪਿਤਾ ਏਕਸ ਕੇ ਹਮ ਬਾਰਕ। ਰਸ ਕਿਉਂ ਨਹੀਂ ਆਉਂਦਾ, ਗੱਲ ਕਿਉਂ ਨਹੀਂ ਬਣਦੀ? ਇੰਨੇ ਨੇ ਅਖੰਡ ਪਾਠ ਹੋ ਰਹੇ ਨੇ, ਇੰਨੀਆਂ ਵੱਡੀਆਂ ਲੜੀਆਂ ਚੱਲ ਰਹੀਆਂ, ਤੇ ਲੱਖਾਂ ਦਾ ਹੀ ਚੜ੍ਹਤ ਚੜਾਵਾ, ਇੰਨਾ ਕੁਛ ਲੰਗਰ ਪਾਣੀ ਸੇਵਾ ਕਿੰਨਾ ਕੁਛ ਹੈ, ਪਰ ਅਵਸਥਾ ਕਿਉਂ ਨਹੀਂ ਬਣੀ? ਰਸ ਕਿਉਂ ਨਹੀਂ ਆਇਆ? ਕਿੱਥੇ ਘਾਟ ਰਹਿ ਗਈ? ਘਾਟ ਇਸੇ ਗੱਲ ਦੀ ਹੈ, ਮਿਲਵੇ ਕੀ ਮਹਿਮਾ ਬਰ ਨਾ ਸਾਕੋ ਨਾਨਕ ਪਰੈ ਪਰੀਲਾ। ਈਰਖਾ ਨਹੀਂ ਗਈ, ਵੈਰ ਵਿਰੋਧ ਨਹੀਂ ਗਿਆ, ਗੁੱਸਾ ਨਹੀਂ ਗਿਆ। ਜੋ ਸਾਡੀ ਮਾਨਸਿਕ ਅਵਸਥਾ ਚੇਂਜ ਹੋਣੀ ਸੀ, ਉਹ ਆਪਾਂ ਬਾਣੀ ਪੜ੍ਹ ਕੇ ਸ਼ਾਂਤਮਈ ਅਵਸਥਾ ਪ੍ਰਾਪਤ ਕੀਤੀ ਹੋਈ ਨਹੀਂ, ਸ਼ਾਂਤੀ ਉਹ ਨਹੀਂ ਆਈ, ਭਟਕਣਾ ਹੀ ਨਹੀਂ ਮੁੱਕੀ, ਉੱਥੇ ਧੋਖਾ ਖਾ ਗਏ, ਮੈਜੋਰਟੀ ਦੇ ਵਿੱਚ ਨਹੀਂ ਰਹੇ, ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਆਗਿਆ ਸੋ ਨਹੀਂ ਕੀਤਾ। ਪੁਰਾਣੇ ਸਿੰਘ ਤਾਈਓ ਚੜ੍ਹਦੀ ਕਲਾ ਵਿੱਚ ਸਨ, ਕਿਉਂਕਿ ਉਹ ਇਕੱਠੇ ਰਹਿੰਦੇ ਸੀਗੇ। ਗੋਰਿਆਂ ਨੇ ਵੇਖਿਆ, ਉਹਨਾਂ ਨੇ ਸੋਚਿਆ ਵੀ ਇਹਨਾਂ ਦੀ ਮੈਜੋਰਟੀ ਤੋੜੋ, ਗੰਦੀ ਰਾਜਨੀਤੀ ਕੀਤੀ, ਅੱਜ ਤੱਕ ਇਸੇ ਤਰ੍ਹਾਂ ਚੱਲ ਰਹੀ ਹੈ। ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ। ਸਾਨੂੰ ਪਤਾ ਨਹੀਂ ਲੱਗ ਰਿਹਾ, ਸਿੱਖ ਸਿੱਖ ਨਾਲ ਲੜ ਰਿਹਾ। ਗੁਰੂ ਸਾਹਿਬ ਕਿਰਪਾ ਕਰਨ। ਮਾਰੇ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋਂ ਦਿਖਾਈ। ਇੱਕ ਸ਼ਹਿਦ ਦੀ ਮੱਖੀ ਕਿਤੇ ਲੜ ਜਾਏ ਸਹੀ, ਬੰਦੇ ਦੀ ਜਾਨ ਕੱਢ ਕੇ ਰੱਖ ਦਿੰਦੀ ਹੈ। ਬੁਖਾਰ ਵੀ ਚੜ ਜਾਂਦਾ। ਮੇਰੇ ਵਰਗੇ ਜਿਹੜੇ ਢਿੱਲੇ ਬੰਦੇ ਹੁੰਦੇ ਨੇ, ਉਹ ਝਾਟੀ ਤਾਪ ਚੜਾ ਲੈਂਦੇ ਵੀ ਹਾਏ ਮੱਖੀ ਲੜ ਗਈ, ਟੀਕਾ ਲਵਾਇਆ ਨਹੀਂ, ਕੀ ਕਰੀਏ। ਜਿੱਥੇ ਜ਼ਿਆਦੀਆਂ ਮੱਖੀਆਂ ਲੜ ਜਾਣ, ਆ ਭੂੰਡਾਂ ਦੀ ਖੱਕਰ, ਮੱਖੀਆਂ ਦਾ ਛੱਤਾ ਕਿਸੇ ਦੇ ਮਗਰ ਪੈ ਜਾਏ, ਤੁਸੀਂ ਦੱਸੋ ਵੀ ਬੰਦਾ ਛੱਡੂਗੇ? ਮੌਤ ਹੋ ਸਕਦੀ ਹੈ। ਪਰ ਉਹੀ ਮੱਖੀਆਂ ਜਦ ਇਕੱਤਰ ਹੋ ਕੇ ਮੈਜੋਰਟੀ ਬਣਾਉਂਦੀਆਂ ਨੇ, ਤੇ ਕੱਲੀ ਕੱਲੀ ਦਾ ਡੰਗ ਵੇਖੋ ਕਿੰਨਾ ਜ਼ਹਿਰੀਲਾ, ਜਦ ਇਕੱਠੀਆਂ ਹੋ ਕੇ ਫੁੱਲਾਂ ਦੇ ਬੈਠ ਕੇ ਰਸ ਚੂਸਦੀਆਂ ਨੇ, ਤੇ ਉਹ ਵੇਖੋ ਕਿੰਨਾ ਸੋਹਣਾ ਮਿੱਠਾ ਸ਼ਹਿਦ ਪੈਦਾ ਕਰ ਦਿੰਦੀਆਂ ਨੇ। ਇਉਂ ਭਾਵੇਂ ਸਾਡੇ ਚੌਗਨ ਨੇ, ਵਿਕਾਰ ਨੇ, ਜਦ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਕੀਰਤਨ ਕਰਦੇ ਹਾਂ ਜਾਂ ਕਥਾ ਸੁਣਦੇ ਹਾਂ ਜਾਂ ਬਾਣੀ ਦਾ ਨਿਤਨੇਮ ਜਾਂ ਵਾਹਿਗੁਰੂ ਸਿਮਰਨ ਘਰ ਬੈਠਿਆਂ ਵੱਖਰੀ ਗੱਲ ਹੈ। ਇੱਥੇ ਬੈਠ ਕੇ ਜਦ ਇਕੱਠੇ ਹੋ ਕੇ ਕਰੀਦਾ, ਇਹਦੇ 'ਚ ਰਸ ਭਰਦਾ ਹੈ। ਤੋ ਰਸ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਦਾ ਘਰ ਪਰਿਵਾਰ ਤਿਆਗੋ। ਜ਼ਰੂਰੀ ਨਹੀਂ ਵੀ ਪੱਕਾ ਹੀ ਤਿਆਗ ਦਿਓ, 5 ਮਿੰਟ ਲਈ ਤਿਆਗੋ, 10 ਮਿੰਟ ਲਈ ਉਹਨੇ ਤੋਂ ਵੱਖਰੇ ਹੋਵੋ। ਮੋਹ ਬੜੇ ਪਰਿਵਾਰ ਕੀ ਸੰਗਤ। ਪਰਿਵਾਰ ਦੀ ਸੰਗਤ ਕਰਦਿਆਂ ਮੋਹ 'ਚ ਵਾਧਾ ਹੁੰਦਾ। ਜੇ ਤੁਸੀਂ ਗੁਰੂ ਘਰ ਦੀ ਸੰਗਤ ਵਧਾਓਗੇ, ਤੁਹਾਨੂੰ ਰਸ ਆਊਗਾ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਵਜੋ ਹੋ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੈ। ਕੀਰਤਨ ਦਾ ਰਸ ਹੈ। ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕਰਾਸ। ਕਥਾ ਦਾ ਰਸ ਹੈ, ਪਰ ਹੈ ਸਿਮਰਨ ਦੇ ਨਾਲ, ਇਕਾਗਰਤਾ ਦੇ ਨਾਲ। ਸੋ ਇਸ ਵਾਸਤੇ ਉਹ ਜਿਹੜੀ ਕੀੜੀ ਸੀਗੀ ਲੈ ਤੁਰੀ, ਜਦ ਉਹਨਾਂ ਮੂੰਹ ਲਵਾਇਆ ਤੇ ਕਿਸੇ ਨੂੰ ਰਸ ਆਇਆ ਹੀ ਨਾ। ਉਹ ਕਹਿੰਦੀਆਂ ਵੀ ਤੂੰ ਕਹਿੰਦੀ ਸੀ ਏਡਾ ਮਿੱਠਾ ਪਹਾੜ ਹੈ, ਵੀ ਸਾਨੂੰ ਤਾਂ ਕੋਈ ਰਸ ਆ ਨਹੀਂ ਰਿਹਾ। ਉਹਨੇ ਸੋਚਿਆ ਵੀ ਹੈ ਤਾਂ ਪਹਾੜ ਮਿਸ਼ਰੀ ਦਾ, ਰਸ ਕਿਉਂ ਨਹੀਂ ਆ ਰਿਹਾ? ਕਹਿੰਦੇ ਆਪਦੇ ਮੂੰਹ ਖੋਲੋ, ਮੂੰਹ ਦਿਖਾਓ। ਸਾਰੀਆਂ ਦੇ ਮੂੰਹ ਵੇਖੇ, ਉਹਨਾਂ ਦੇ 'ਚ ਲਿੱਦ ਫਸੀ ਹੋਈ ਸੀ, ਕਿਉਂਕਿ ਲਿੱਦ ਦੇ ਵਿੱਚ ਭਰਮ ਦੀਆਂ ਲਿੱਦ ਖਾਂਦੀਆਂ ਆਈਆਂ ਸਨ। ਕਹਿੰਦੀਆਂ ਚਲੋ ਭੈਣੋ, ਪਤਾ ਲੱਗ ਗਿਆ ਤੁਹਾਡੇ 'ਚ ਕੀ ਬਿਮਾਰੀ ਹੈ। ਬਿਮਾਰੀ ਲੱਭ ਪਏ, ਇਲਾਜ ਫਿਰ ਉਸੇ ਵਕਤ ਹੀ ਹੋ ਜਾਂਦਾ। ਚਲੋ ਮੇਰੇ ਨਾਲ, ਤੁਹਾਡੀ ਬਿਮਾਰੀ ਪਕੜੀ ਗਈ ਹੈ। ਬਿਮਾਰੀ ਤੁਹਾਡੇ 'ਚ ਹੈ, ਅੰਮ੍ਰਿਤ ਰਸ ਵਿੱਚ ਨਹੀਂ, ਮਿਸ਼ਰੀ ਦੇ ਪਹਾੜ ਵਿੱਚ ਨਹੀਂ ਹੈ। ਚਲੋ ਨਦੀ ਦੇ ਕਿਨਾਰੇ। ਆਖਿਆ ਆਪਦੇ ਮੂੰਹ ਧੋਵੋ, ਪਹਿਲਾਂ ਚੁਲੀਆਂ ਕਰੋ, ਬਾਰ-ਬਾਰ ਮੂੰਹ 'ਚ ਪਾਣੀ ਘੁਮਾ ਕੇ ਸੁੱਟੀ ਜਾਓ, ਚੁਲੀਆਂ ਕਰੀ ਜਾਓ। ਆਪਦਾ ਮੂੰਹ ਪਹਿਲਾਂ ਸਾਫ਼ ਕਰੋ। ਫਿਰ ਉਹਨਾਂ ਮੂੰਹ ਸਾਫ਼ ਕੀਤਾ। ਫਿਰ ਉਹ ਲੈ ਕੇ ਆਈ, ਕਹਿੰਦਾ ਹੁਣ ਮੂੰਹ ਲਾਓ। ਜਦ ਸਾਰੀਆਂ ਨੇ ਮੂੰਹ ਲਾਇਆ, ਇੰਨਾ ਉਹਨਾਂ ਨੂੰ ਮਿਠਾਸ ਦਾ ਰਸ ਆਇਆ ਵੀ ਮੁੜ ਕੇ ਉਹ ਛੱਡ ਨਹੀਂ ਸਕੀ। ਫੋਰ ਐਗਜ਼ਾਮਪਲ ਦਾ ਮੈਥਡ ਲਾ ਕੇ ਛੇਤੀ ਸਵਾਲ ਹੱਲ ਹੁੰਦਾ। ਇਸੇ ਤਰ੍ਹਾਂ ਮਿਸ਼ਰੀ ਦਾ ਪਹਾੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਨਾਂ 'ਚ ਇੰਨੀ ਮਿਠਾਸ ਹੈ। ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਦ ਗੁੜ, ਮਾਖਿਓ ਮੰਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਮੈਂ ਬੇਨਤੀ ਕਰ ਰਿਹਾ ਸੀ, ਗਿਆਨੀ ਨਾਰ ਸਿੰਘ ਤੇ ਤਰਕ ਕੀਤੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ।
ਜਿਨ੍ਹਾਂ ਦੇ ਰਹਿਤਨਾਮੇ ਮੇਰੇ ਪਾਸ ਬੜੇ ਬੜੇ ਵਿਦਵਾਨ ਹੋਏ। ਗਿਆਨੀ ਜੀ ਨੇ ਸਵਾਲ ਕੀਤਾ, ਕਹਿੰਦੇ ਪ੍ਰੋਫੈਸਰ ਸਾਹਿਬ ਤੁਸੀਂ ਤਰਕ ਕਰ ਰਹੇ ਹੋ, ਤੁਸੀਂ ਖੁਦ ਆਪ ਪਾਠ ਕੀਤਾ, ਕਦੀ ਬਾਣੀ ਪੜ੍ਹੀ ਹੈ? ਕਹਿੰਦੇ ਜੀ ਨਹੀਂ। ਕਦੀ ਜਪਜੀ ਸਾਹਿਬ ਵੀ ਪੜ੍ਹਿਆ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਹੱਥ ਬੰਨ੍ਹ ਕੇ ਮੇਰੀ ਇਹ ਬੇਨਤੀ ਹੈ ਕਿ ਡੇਲੀ 25 ਪਾਠ ਕਰੋ ਤੇ 40 ਦਿਨਾਂ ਬਾਅਦ ਮੈਨੂੰ ਮੁੜ ਕੇ ਆ ਕੇ ਸਵਾਲ ਕਰਿਓ, ਫਿਰ ਮੈਂ ਉੱਤਰ ਦਿਆਂਗਾ। ਜਿਹੜਾ ਉੱਤਰ ਕਹੋਗੇ ਉਹੀ ਦਿਆਂਗਾ। ਪਰ ਇੱਕ ਕੰਮ ਹੀ ਸਮਝ ਲਓ ਵੀ ਮੇਰੇ ਵੱਲੋਂ ਤੁਹਾਨੂੰ ਕੰਮ ਦਿੱਤਾ ਗਿਆ ਹੈ ਤੁਹਾਡੇ ਭਲੇ ਦਾ। 25 ਪਾਠ ਡੇਲੀ ਕਰੋ 40 ਦਿਨ। ਤਾਂ ਗਿਆਨੀ ਨਾਰ ਸਿੰਘ ਜੀ ਕਹਿੰਦੇ 40 ਦਿਨਾਂ ਬਾਅਦ ਜਦੋਂ ਪ੍ਰੋਫੈਸਰ ਸਾਹਿਬ ਦੇ ਦਰਸ਼ਨ ਹੋਏ, ਕਹਿਣ ਲੱਗੇ ਹਾਂ ਗਿਆਨੀ ਜੀ ਸੱਚਮੁੱਚ ਹੀ ਬਾਣੀ ਦੇ ਵਿੱਚ ਇਹੋ ਜਿਹਾ ਰਸ ਹੈ ਵੀ ਬੰਦਾ ਛੱਡ ਨਹੀਂ ਸਕਦਾ ਜੇ ਮਨ ਇਕਾਗਰ ਹੋ ਜਾਏ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤੇ ਇਸ ਲਈ ਰਸ ਲੈਣ ਵਾਸਤੇ ਸਾਡੀ ਆਪ ਦੀ ਤਿਆਰੀ ਹੋਣੀ ਚਾਹੀਦੀ ਹੈ। ਅੱਜ ਮੈਂ ਆ ਰਿਹਾ ਸੀਗਾ ਤੇ ਬੋਰਡ ਦੇ ਉੱਪਰ ਹੁਕਮਨਾਮਾ ਪੜ੍ਹਿਆ। ਉੱਪਰ ਦਰਬਾਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਹੋਇਆ। ਗੁਰੂ ਜੀ ਨੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ? ਅੱਜ ਦੇ ਸ੍ਰੀ ਮੁੱਖ ਵਾਕ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਮਝਾਉਂਦੇ ਨੇ, ਸੂਹੀ ਮਹੱਲਾ ਪਹਿਲਾ, ਭਾਂਡਾ ਧੋਏ ਬੈਸ ਧੂਪ ਜਾਓ। ਤੁਸੀਂ ਸਾਰੇ ਜ਼ਿਮੀਂਦਾਰ ਬੈਠੇ ਹੋ ਤੇ ਜੇ ਜ਼ਿਮੀਂਦਾਰ ਨਹੀਂ ਵੀ ਕੋਈ ਤਾਂ ਸਾਡੇ ਘਰਾਂ 'ਚ ਦੁੱਧ ਦਾ ਲੈਣ ਤਾਂ ਆਪਾਂ ਜਾਂਦੇ ਹੀ ਹਾਂ, ਜਾਂ ਦੁੱਧ ਹੀ ਆਉਂਦਾ ਭਾਂਡੇ 'ਚ ਪਵਾਉਂਦੇ ਹੀ ਹਾਂ। ਕਿਸ ਤਰੀਕੇ ਨਾਲ ਭਾਂਡਾ ਸਾਫ਼ ਕਰਦੇ ਹਾਂ? ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ। ਤਾਂ ਦੁੱਧ ਲੈਣ ਜਾਈਦਾ। ਦੁੱਧ ਲੈਣ ਤਾਂ ਜਾਵੋ ਜੇ ਰਾਤ ਦੀ ਬਈ ਚੀਜ਼ ਭਾਂਡੇ 'ਚ ਪਈ ਹੈ ਉਹਨੂੰ ਸੁੱਟ ਕੇ, ਖਰਾਬ ਹੋਈ ਚੀਜ਼ ਨੂੰ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਸਾਫ਼ ਕਰਕੇ ਉਹਨੂੰ ਧੂਪ ਦਿਖਾਓ ਤਾਂ ਕਿ ਉਹਦੇ 'ਚੋਂ ਬਾਸੀ ਚੀਜ਼ ਦੀ ਸਮੈਲ ਨਾ ਆਵੇ। ਜੇ ਆਪਾਂ ਇੱਕ ਦੁੱਧ ਦੀ ਪ੍ਰਾਪਤੀ ਵਾਸਤੇ ਇੰਨਾ ਯਤਨ ਕਰਦੇ ਹਾਂ, ਫਿਰ ਤੁਸੀਂ ਗੁਰਦੁਆਰੇ ਆਏ ਹੋ ਤੇ ਹਿਰਦੇ ਦਾ ਭਾਂਡਾ ਕਿਉਂ ਨਹੀਂ ਧੋ ਕੇ ਆਏ? ਸਾਡੇ ਮਨ ਦੇ ਵਿੱਚ ਤਾਂ ਸੰਕਲਪ ਵਿਕਲਪ ਚੱਲ ਰਹੇ ਨੇ, ਔਗਣ ਵਿਕਾਰ ਹੋਰ ਗੱਲਾਂ ਚੱਲ ਰਹੀਆਂ ਨੇ। ਫਿਰ ਕਹਿੰਦੇ ਸਾਨੂੰ ਨਾਮ ਦਾ ਰਸ ਨਹੀਂ ਆਇਆ ਜੀ, ਸਾਡਾ ਮਨ ਨਹੀਂ ਟਿਕਦਾ ਜੀ, ਟਿਕਾਉਣ ਦਾ ਯਤਨ ਹੀ ਨਹੀਂ ਕੀਤਾ, ਭਾਂਡਾ ਹੀ ਨਹੀਂ ਸਾਫ਼। ਫਿਰ ਪਹਿਲੀ ਗੱਲ ਤਾਂ ਸਾਫ਼ ਨਹੀਂ ਹੈ। ਜੇ ਸਾਫ਼ ਹੈ ਵੀ ਹੈ ਤੇ ਅਸੀਂ ਮੂਧਾ ਕੀਤਾ ਹੋਇਆ। ਕਹਿੰਦੇ ਉਹਦਾ ਭਾਂਡਾ ਕਿਸ ਨਾ ਸਮਾਵੈ। ਉਹਦਾ ਜਿਹੜਾ ਮੂੰਦਾ ਭਾਂਡਾ ਹੈ ਉਹ 'ਚ ਕੋਈ ਚੀਜ਼ ਪੈਂਦੀ ਹੋਈ ਨਹੀਂ। ਹੁਣ ਦੋਧੀ ਕੋਲ ਜਾ ਕੇ ਕਹੋਗੇ ਵੀ ਦੁੱਧ ਪਾ ਦੇ ਤੇ ਡੋਲ ਦਾ ਮੂੰਹ ਹੇਠਾਂ ਨੂੰ ਹੋਊਗਾ, ਉਹ ਕਹੂਗਾ ਮੈਂ ਪਾਊਂਗਾ ਕਿਵੇਂ? ਸਿੱਧੇ ਅੰਮ੍ਰਿਤ ਭਰੈ ਨਿਹਾਲ। ਭਾਂਡਾ ਤਾਂ ਸਿੱਧਾ ਹੋਣਾ ਚਾਹੀਦਾ ਨਾ। ਦੁੱਧ ਨੂੰ ਅੰਮ੍ਰਿਤ ਆਖਿਆ, ਖੜ ਖਾਵੇ ਅੰਮ੍ਰਿਤ ਦੇ, ਦੁੱਧ ਰੂਪੀ ਅੰਮ੍ਰਿਤ ਸਿੱਧੇ ਭਾਂਡੇ 'ਚ ਪਾਊਂਗਾ। ਇਸੇ ਤਰ੍ਹਾਂ ਹਿਰਦਾ ਰੂਪੀ ਭਾਂਡਾ ਤਾਂ ਮੂਧਾ ਹੋਇਆ ਪਿਆ, ਮਰਜ ਵੱਲ ਮੂੰਹ ਹੀ ਨਹੀਂ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਫਿਰ ਕਹੀਏ ਰਸ ਨਹੀਂ ਆਉਂਦਾ। ਮਨ ਤਾਂ ਬੇਮੁਖ ਹੈ, ਆਪਦੇ ਮਨ ਦੀ ਮੱਤ ਵਰਤਦੇ ਆ, ਮਨਮੁਖ ਹੈ, ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਆ। ਇਹ ਉਹਦਾ ਭਾਂਡਾ ਹੈ, ਭਾਂਡਾ ਸਿੱਧਾ ਹੀ ਨਹੀਂ ਹੈ, ਸਨਮੁਖ ਹੈ ਹੀ ਨਹੀਂ। ਸਨਮੁਖ ਸਿੱਧ ਭੇਟਣ ਗੁਆਏ, ਤੋ ਸਿੱਧਾ ਵਾਂਗ ਵੀ ਆਪਾਂ ਸਨਮੁਖ ਨਹੀਂ ਹੋਏ। ਉਹ ਤਾਂ ਫਿਰ ਵੀ ਸੁਧਰ ਗਏ ਸੀ, ਝਗੜਦੇ ਹੋਏ ਮਹਾਰਾਜ ਦੀ ਸ਼ਰਨੀ ਪੈ ਗਏ। ਅਸੀਂ ਸਿੱਖ ਖਮਾਉਂਦੇ ਹੋਏ ਵੀ ਗੁਰੂ ਸਾਹਿਬ ਨਾਲ ਆਡਾ ਲਾਇਆ ਹੋਇਆ ਵੀ ਮਹਾਰਾਜ ਤੇਰੀ ਗੱਲ ਮੰਨਣੀ ਹੋਈ ਨਹੀਂ। ਭਾਂਡਾ ਹੀ ਪੁੱਠਾ ਹੈ। ਉਹਦਾ ਭਾਂਡਾ ਕਿਸ ਨਾ ਸਮਾਵੈ, ਸਿੱਧੇ ਅੰਮ੍ਰਿਤ ਭਰੈ ਨਿਹਾਰ। ਸੋ ਅੱਜ ਦਾ ਸ੍ਰੀ ਮੁੱਖ ਵਾਕ ਬੜਾ ਲੌਜੀਕਲ ਹੈ, ਅਲੰਕ੍ਰਿਤ ਹੈ। ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਦੀ ਸਮਝਣੀ ਬੜੀ ਕਠਿਨ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ, ਸਮਾਇਣ ਕਹਿੰਦੇ ਨੇ ਜਾਗ ਨੂੰ। ਹੋਏ ਨਿਰਾਸ ਜਮਾਵੋ, ਜਪ ਹੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਓ। ਇਹੋ ਮਨ ਈਟੀ ਹਾਥ ਕਰੋ। ਈਟੀ ਕਹਿੰਦੇ ਨੇ ਗੁੱਲੀਆਂ ਨੂੰ। ਅੱਜ ਕੱਲ੍ਹ ਤਾਂ ਮਿਕਸਚਰ ਆ ਗਏ, ਮਧਾਣੀਆਂ ਇਲੈਕਟ੍ਰੀਕਲ ਬਿਜਲੀ ਵਾਲੀਆਂ ਆ ਗਈਆਂ। ਲਾਓ ਤੇ ਜੋ ਮਰਜ਼ੀ ਕੰਮ ਕਰਦੇ ਰਹੋ, ਆਪੇ ਹੀ ਬਿਜਲੀ ਨੇ ਸਭ ਕੁਝ ਕਰ ਦੇਣਾ। ਪੁਰਾਣਾ ਸਮਾਂ ਸੀਗਾ, ਉਹ ਕਾੜਨਿਆਂ ਦੇ ਵਿੱਚ ਪਾ ਕੇ, ਉਹ ਤੌੜੀਆਂ ਦੇ ਵਿੱਚ ਪਾ ਕੇ ਪਹਿਲਾਂ ਦੁੱਧ ਨੂੰ ਕਾੜਦੇ ਹੁੰਦੇ ਸੀਗੇ ਤੇ ਦਹੀਂ ਦੁਹੀਂ ਜਮਾ ਕੇ ਫਿਰ ਤੌੜੀਆਂ 'ਚ ਪਾ ਕੇ, ਮਧਾਣੀ ਪਾ ਕੇ,
ਰੱਸਾ ਜਿਹਨੂੰ ਨੇਤਰਾ ਕਹਿੰਦੇ ਨੇ, ਉਹਦੇ ਨਾਲ ਗੁੱਲੀਆਂ ਲੱਕੜ ਦੀਆਂ ਬੰਨ੍ਹ ਕੇ ਹੱਥ ਦੇ ਵਿੱਚ ਵੀ ਫਿਸਲੇ ਨਾ ਰੱਸਾ, ਫਿਰ ਸੱਜਾ ਹੱਥ ਖੱਬਾ ਹੱਥ ਤੋਂ ਬਾਰ-ਬਾਰ ਉਹਨੂੰ ਰਿੜਕਣਾ ਪਾਉਂਦੇ। ਉਹ ਜਿਹੜੀਆਂ ਗੁੱਲੀਆਂ ਨੇ ਉਹਨੂੰ ਈਟੀ ਬੋਲਦੇ ਨੇ। ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਧਿ ਅੰਮ੍ਰਿਤ ਪਾਵੋ। ਮਨ ਸੰਪਟ, ਸੰਪਟ ਕਹਿੰਦੇ ਨੇ ਡੱਬੇ ਨੂੰ, ਜਿਹਨੂੰ ਆਪਾਂ ਟਿਫਨ ਬਾਕਸ ਕਹਿੰਦੇ ਆ। ਡੱਬੇ ਦੇ ਵਿੱਚ ਸਵੱਛ ਸੁੰਦਰ ਡੱਬੇ 'ਚ ਹੀ ਮੱਖਣ ਸਾਂਭਿਆ ਜਾਂਦਾ ਜਾਂ ਮੱਖਣ ਦਾ ਘਿਓ ਕੱਢਿਆ ਜਾਂਦਾ, ਡੱਬੇ 'ਚ ਹੀ ਪਾਈਦਾ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਨ ਸੇਵਕ ਜੇ ਸੇਵੇ, ਇਨ ਵਿਦ ਸਾਹਿਬੇ ਰਵਤ ਰਹਿ। ਕਹਿ ਦੇ ਕਹੇ ਕਹੇ ਕਹਿ ਜਾਵਹਿ, ਤੁਮ ਸਰ ਅਵਰ ਨ ਕੋਈ, ਭਗਤਹੀਣ ਨਾਨਕ ਜਨ ਜੰਪੈ, ਹਉਸਾ ਲਾਹੀ ਸੱਚਾ ਸੋਈ। ਅੱਜ ਦਾ ਸ੍ਰੀ ਮੁੱਖ ਵਾਕ ਹੈ। ਸੋ ਇਸ ਲਈ ਮਹਾਰਾਜ ਫਰਮਾਉਂਦੇ ਨੇ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਇਸੇ ਤਰ੍ਹਾਂ ਸਭੇ ਵਸਤੂ ਕੌੜੀਆਂ, ਸੱਚੇ ਨਹੁ ਮਿੱਠਾ, ਸਾਧ ਆਇਆ ਤਨ ਹਰ ਜਣਾ, ਚੱਕ ਸਾਧੀ ਨਿੱਠਾ। ਸਾਧੂ ਸੰਤਾਂ ਦੇ ਕੋਲੋਂ ਹੀ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਉਹ ਮਨ ਟਿਕਾਉਣ ਦੀ ਜੁਗਤੀ ਦੱਸ ਦਿੰਦੇ, ਅਭਿਆਸ ਕਰਾ ਕੇ ਮਨ ਟਿਕਾ ਦਿੰਦੇ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ, ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਫਿਰ ਇਹੋ ਜਿਹਾ ਨਾਮ ਅੰਮ੍ਰਿਤ ਮਿੱਠਾ ਲੱਗੂਗਾ, ਸਵਾਦ ਆਏਗਾ ਕਿ ਮਨ ਗਿਆਨ ਵਿੱਚ ਸਮਾ ਜਾਏਗਾ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਆ ਜਿਹੜੀਆਂ ਮਠਿਆਈਆਂ ਦਾ ਰਸ ਆਪਾਂ ਲੈਂਦੇ ਆ, ਸ਼ਰਾਬਾਂ ਕਬਾਬਾਂ ਦਾ ਲੈਂਦੇ ਆ, ਇਹ ਸਰੀਰ ਨੂੰ ਰੋਗੀ ਬਣਾ ਦਿੰਦਾ। ਜੇ ਫਿਰ ਮਿੱਠਾ ਪੀੜਾ ਪਾਏ, ਤਾਂ ਕੁੜਤਨ ਚੂਕ ਸਮਾਏ। ਨਾਨਕ ਗੁਰਮੁਖ ਪਾਵੈ ਸੋਏ, ਜਿਸ ਨੂੰ ਪ੍ਰਾਪਤ ਲਿਖਿਆ ਹੋਏ। ਇਹ ਨਾਮ ਰਸ ਜਿਹਦੇ ਕਰਮਾਂ 'ਚ ਉਹਨੂੰ ਹੀ ਆਊਗਾ। ਜੇ ਸ਼ਰਾਬ ਹੀ ਨਹੀਂ ਛੱਡੀ ਤੇ ਪਾਠ ਵੀ ਕਰੀ ਗਏ, ਕਬਾਬਾਂ ਹੀ ਨਹੀਂ ਤਿਆਗੀਆਂ, ਪਾਠ ਵੀ ਕਰੀ ਗਏ, ਔਗਣ ਵਿਕਾਰ ਨਹੀਂ ਛੱਡੇ, ਫਿਰ ਰਸ ਨੇ ਕਿੱਥੋਂ ਆਉਣਾ। ਕਾਬ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੋਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨਿਫਲ ਪਈ ਸਭ ਸੇਵਾ। ਤੇ ਇਸ ਲਈ ਮਹਾਰਾਜ ਕਹਿੰਦੇ ਨੇ, ਐ ਮੇਰੀ ਜ਼ਬਾਨ ਤੋਂ ਪਹਿਲਾਂ ਖਾਣ ਪੀਣ ਦੇ ਰਸਾਂ ਵੱਲੋਂ ਤਾਂ ਆਪਦੇ ਆਪ ਨੂੰ ਸੰਕੋਚ ਕਰ। ਘੱਟੋ ਘੱਟ ਜੋ ਗੁਰੂ ਜੀ ਨੇ ਬਜਰ ਕੁਰੈਤਾਂ ਕਹੀਆਂ ਨੇ, ਉਹਨਾਂ ਵੱਲੋਂ ਤਾਂ ਰੁਕ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ, ਪੀਏ ਹਰਸ, ਬਹੁ ਨ ਤ੍ਰਿਸ਼ਨਾ ਲਾਗੇ ਆਏ। ਇਹੋ ਹਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਸੋ ਰਸਨਾ ਤੋਂ ਅਗਲਾ ਸਵਾਦ ਹੈ ਚੰਗੇ ਸੋਹਣੇ ਕੱਪੜੇ ਪਾਉਣ ਦਾ, ਗਹਿਣੇ ਆਦਿਕ ਨਾਲ ਸਰੀਰ ਨੂੰ ਸ਼ਿੰਗਾਰਨਾ, ਆਨੰਦ ਮਾਣਨਾ। ਪਰ ਸਦੀਵੀ ਸੁੱਖ ਇਹਨਾਂ ਤੋਂ ਵੀ ਨਹੀਂ ਮਿਲ ਸਕਦਾ। ਚੂਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹਟਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪਹਿਰੋ ਕਿਆ ਓਢ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। ਤੇ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਨੇ। ਪਹਿਨਣ ਦੇ ਨਾਲ ਮਨ ਨਹੀਂ ਭਰਨਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਕੁਆਰ, ਜਿਤ ਪਹਿਦੇ ਤਨ ਪੀੜੀਐ, ਮਨ ਮੈਂ ਚਲੇ ਬੇਕਾਰ। ਇੰਦਰੀ ਰਸ ਨੂੰ ਵੀ ਮਨੁੱਖ ਉੱਚੇ ਤੋਂ ਉੱਚਾ ਆਨੰਦ ਸਮਝਦਾ, ਇਸ ਤੋਂ ਵਿਹਲਾ ਹੀ ਨਹੀਂ ਹੋਣਾ ਚਾਹੁੰਦਾ। ਇੰਦਰੀ ਭੋਗ ਤੇ ਕਾਮਨੀ ਦੀ ਸੁੰਦਰਤਾ, ਰੂਪ ਦੇ ਰਸ ਹਰੀ ਰਸ ਦੇ ਬਰਾਬਰ ਸਭ ਫਿੱਕੇ ਨੇ। ਉਹ ਦੱਸੇ ਕਿਵੇਂ ਆਏਗਾ। ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਜੇ ਲੱਖ ਇਸਤਰੀਆਂ ਭੋਗ ਕਰਹਿ, ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਜਿਵੇਂ ਲਿੱਦ ਦੇ ਨਾਲ ਮੂੰਹ ਭਰਿਆ, ਉਹ ਸਾਫ਼ ਹੋਇਆ ਤਾਂ ਮਿਸ਼ਰੀ ਦਾ ਰਸ ਆਇਆ ਕੀੜੀਆਂ ਨੂੰ। ਹੁਣ ਜਿੰਨਾ ਚਿਰ ਆਪਾਂ ਦੁਨਿਆਵੀ ਰਸ ਨਹੀਂ ਛੱਡਾਂਗੇ, ਉਹਨਾਂ 'ਚ ਨਾਮ ਦਾ ਰਸ ਕਿਵੇਂ ਆਊਗਾ। ਕਬੀਰ ਜੀ ਕਹਿੰਦੇ, ਇਹ ਰਸ ਛੱਡੇ ਉਹ ਰਸ ਆਵਾ। ਆਪਦੀ ਇੰਦਰੀ ਦਾ ਜ਼ਬਾਨ ਦਾ ਰਸ ਛੱਡੋਗੇ ਤਾਂ ਹੀ ਨਾਮ ਦਾ ਰਸ ਲਓਗੇ ਭਾਈ। ਇਹ ਰਸ ਛੱਡੇ ਉਹ ਰਸ ਆਵਾ। ਕੁਛ ਪਾਉਣ ਲਈ ਕੁਛ ਛੱਡਣਾ ਪੈਂਦਾ, ਛੱਡੇ ਤਾਂ ਆਪਾਂ ਕੁਛ ਵੀ ਨਹੀਂ।
ਤਿਆਗਣਾ ਤਾਂ ਕੁਝ ਵੀ ਨਹੀਂ ਚਾਹੁੰਦੇ। ਬੋਝੀ ਵੀ ਮਾਇਆ ਨਾਲ ਭਰੀ ਹੋਵੇ, ਜ਼ਬਾਨ ਦਾ ਰਸ ਵੀ ਲਈ ਜਾਈਏ, ਸਰੀਰ ਦਾ ਸੁੱਖ ਵੀ, ਫਿਰ ਕਹਿੰਦੇ ਬਾਣੀ ਦਾ ਰਸ ਨਹੀਂ ਆਇਆ। ਨਾ ਅੰਮ੍ਰਿਤ ਵੇਲਾ ਹੈ, ਨਾ ਕੋਈ ਨਿਤ ਨਿਯਮ ਹੈ। ਕਹਿੰਦੇ ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਸਵਾਦ ਤਾਂ ਹੋਰਨਾਂ 'ਚ ਮਨ ਲੱਗਾ ਹੋਇਆ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ, ਕਰੀ ਮੋਹਤ ਰੰਗ ਮਾਣੈ, ਫਿਰ ਬਹੁਰ ਬਹੁਰ ਪਛਤਾਵੈ। ਮਾਰੇ ਕਹਿੰਦੇ ਛੱਡ ਦੇ ਭਾਈ, ਛੋੜ ਛੋੜ ਵੇਖਿਆ ਕਿ ਰਸੂਆ, ਉਰਜ ਰਹਿਓ ਰੇ ਬਾਬਰ ਗਾਵਰ, ਜਿਉ ਕਿਰਖੈ ਹਰਿ ਆਇਓ ਪਸੂਆ। ਬਿਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੇ, ਸੁਖੀ ਨਾ ਹੋਵਤ ਜੀਓ। ਇਹ 'ਚ ਜੀਵ ਸੁਖੀ ਨਹੀਂ ਰਹਿੰਦਾ। ਅੱਖੀਂ ਵੇਖ ਨਾ ਰਜੀਆਂ ਬੋ ਰੰਗ ਤਮਾਸ਼ੇ, ਟੀਵੀ ਵੇਖਣ ਦਾ ਰਸ ਹੈ। ਉਸਤਤ ਨਿੰਦਾ ਕੰਨ ਸੁਣ ਸੋਵਣ ਤੈ ਰੋਵਣ ਤੈ ਹਾਸੇ, ਕੰਨਾਂ ਨੂੰ ਉਸਤਤੀ ਨਿੰਦਿਆ ਦਾ ਰਸ ਹੈ, ਰੋਣ ਦੇ ਹੱਸਣ ਦਾ। ਸਾਦੀ ਜੀਵ ਨਾ ਰਜੀਆਂ ਕਰ ਭੋਗ ਬਿਲਾਸੇ, ਜ਼ਬਾਨ ਨੂੰ ਸਵਾਦ ਲੈਣ ਦਾ ਰਸ ਹੈ, ਖਾਣ ਪੀਣ ਦਾ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਸੈਂਟ ਆਦਿ ਗਤਰ ਫੁਲੇਲ ਦਾ ਨੱਕ ਨੂੰ ਰਸ ਹੈ। ਰੱਜ ਨਾ ਕੋਈ ਜੀਵਿਆ ਕੂੜੇ ਪਰ, ਸਭ ਕੂੜੇ ਪ੍ਰਵਾਸੇ। ਝੂਠ ਹੈ, ਝੂਠੇ ਕੀੜੇ ਝੂਠ ਪ੍ਰੀਤ, ਇਹਦੇ ਨਾਲ ਕੋਈ ਬੰਦਾ ਰੱਜਿਆ ਨਹੀਂ ਅੱਜ ਤੱਕ। ਪੀਰ ਮੁਰੀਦਾਂ ਪਿਰਹੜੀ, ਸੱਚੀ ਰਹਿ ਰਾਸੇ। ਇਸ ਲਈ ਸੱਚੀ ਮਰਿਆਦਾ ਦੇ ਵਿੱਚ ਹੀ ਮੁਰੀਦਾਂ ਦੀ ਪੀਰਾਂ ਦੇ ਨਾਲ ਪਿਰਹੜੀ ਪ੍ਰੇਮ ਹੈ। ਜਦ ਇਹ ਸਾਰੇ ਰਸਾਂ ਦਾ ਤਿਆਗ ਕਰਾਂਗੇ ਤਾਂ ਹੀ ਹਰੀ ਰਸ ਦੀ ਪ੍ਰਾਪਤੀ ਹੋ ਸਕਦੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਰਸ ਨਹੀਂ ਪਾਵਾ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਗੁਰਬਾਣੀ ਮੁਤਾਬਕ ਭਾਣੇ ਦਾ ਵੀ ਇੱਕ ਆਪਣਾ ਵੱਖਰਾ ਹੀ ਰਸ। ਜਿਨਾ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਤੇ ਪ੍ਰੇਮ ਦਾ ਵੀ ਇੱਕ ਅਲੌਕਿਕ ਰਸ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਨਾਮ ਰਸ ਪੀਣ ਵਾਲਾ ਅਮਰ ਹੋ ਜਾਂਦਾ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ। ਜਰਾ ਮਰਾ ਨਹਿ ਵਿਆਪਈ, ਫਿਰ ਦੁਖ ਨਾ ਪਾਇਆ। ਪੀ ਅੰਮ੍ਰਿਤ ਆਘਾਨਿਆ, ਗੁਰ ਅਮਰ ਕਰਾਇਆ। ਸੋ ਜਾਣੈ ਜਿਨ ਚਾਖਿਆ, ਹਰ ਨਾਮ ਅਮੋਲਾ। ਕੀਮਤ ਕਹੀ ਨਾ ਜਾਈਐ, ਕਿਆ ਕਹਿ ਮੁਖ ਬੋਲਾ। ਹਰੀ ਦੇ ਗੁਣ ਗਾਉਣ ਦਾ ਵੀ ਇੱਕ ਵੱਖਰਾ ਹੀ ਰਸ ਹੈ। ਸਭ ਰਸ ਮਿੱਠੇ ਮੁਖ ਲੱਗੇ, ਜਾਂ ਹਰ ਗੁਣ ਗਾਵੇ। ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ। ਹਰੀ ਦੇ ਕੀਰਤਨ ਨੂੰ ਵੀ ਅੰਮ੍ਰਿਤ ਰਸ ਮੰਨਿਆ। ਪਹਿਲਾਂ ਵੀ ਮੈਂ ਪੰਕਤੀ ਪੜ੍ਹੀ ਹੈ, ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੈ, ਵਜ਼ੋ ਹੋ ਨਾਨਕ ਮਿਲਾ ਏਕ ਨਾਮ, ਰਿਦ ਜਪ ਜਪ ਜੀਵੈ। ਫੀਕੇ ਹਰ ਕੇ ਨਾਮ ਬਿਨ ਸਾਧ, ਅੰਮ੍ਰਿਤ ਰਸ ਕੀਰਤਨ ਹਰ ਗਾਈਐ, ਅਹਨਸ ਪੂਰਨ ਨਾਦ ਰਹਾ। ਹਰੀ ਨਾਮ ਰਸ ਹੀ ਸਭ ਰਸਾਂ ਤੋਂ ਮਿੱਠਾ। ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁਖ ਬਿਡਾਰਨ ਹਰੀਆ। ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮਿੱਠਾ ਜੀ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਸਿਰ ਕੰਬਿਓ ਪਗ ਡਗਮਗੈ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਵਿਦ ਪਈ, ਤਉ ਨਾ ਹਰ ਰਸ ਲੀਨ। हर रस छोड़ होशै रस माता, घर में वस्त बाहर उठ जाता। सुनी न जाई सच अमृत कथा, ये अमृत कथा जिहदे चों रस होना है नाम दा। 48 ਸਿੰਘਾਂ ने सुनी, वो बधे मुक्त हो गए। महापुरखा ने एक कोड़ी का कोड़ मेड़ दिता सी, बामन अखरी की कथा सुना के। ਉਹਦੇ ਚ ਆਪਾਂ ਝਗੜਾ ਪਾ ਕੇ ਖੜਾ ਕਰ ਦਿੰਦੇ ਆ। ਰਾਰ ਕਰ ਤੇ ਝੂਠੀ ਲੱਗ ਗਾਥਾ ਆਪਦੀਆਂ ਕਹਾਣੀਆਂ ਵਿੱਚ ਪਾ ਕੇ ਬੈਠ ਜਾਂਦੇ ਆ। ਮਾਰੇ ਕਹਿੰਦੇ ਆਸਾ ਮਹੱਲਾ ਪੰਜਵਾ ਤੇ ਪਦੇ ਦੋ। ਹਰਸ ਪੀਵਦ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ। ਹਰ ਰਸ ਪੀਵੈ ਅਲ ਮਸਤ ਮਤਵਾਰਾ। ਸ਼ਰਾਬੀ ਸ਼ਰਾਬ ਪੀ ਕੇ ਮਤਵਾਲਾ ਹੁੰਦਾ ਹੈ ਨਾ, ਉਹ ਤਾਂ ਰਾਤ ਪੀਓ ਸਵੇਰੇ ਲੱਥ ਗਏ, ਸਵੇਰੇ ਪੀਓ ਤੇ ਸ਼ਾਮਾਂ ਨੂੰ ਲੱਥ ਗਏ। ਪਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਦਿਨ ਰਾਤ ਹੈ। ਆਨ ਰਸਾ ਸਭ ਹੋਸ਼ੇ ਰੇ, ਬਾਕੀ ਸਭ ਹੋਸ਼ੇ ਰਸ ਨੇ। ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ। ਸ਼ਰਾਬ ਦਾ ਠੇਕੇ ਤੇ
ਬਲੈਡਰਾਂ 'ਚ ਬਲੈਕੀਆਂ ਕੋਲੋਂ ਮਿਲਦੀ ਹੈ। ਪਰ ਇਹ ਜਿਹੜਾ ਨਾਮ ਦਾ ਰਸ ਹੈ ਇਹ ਮਹਾਰਾਜ ਦੀ ਸੰਗਤ ਦੇ ਵਿੱਚੋਂ ਸਾਧੂਆਂ ਦੀ ਹੱਟੀ ਤੋਂ ਇਹ ਨਾਮ ਰਸ ਦਾ ਠੇਕਾ ਜੀ। ਸ਼ਰਧਾ ਰੂਪੀ ਪੂੰਜੀ ਲੈ ਕੇ ਆਓਗੇ, ਸਵਾਸ ਭੇਟਾ ਕਰੋਗੇ, ਸਵਾਸਾਂ ਦੀ ਪੂੰਜੀ ਦੇ ਕੇ ਨਾਮ ਦਾ ਰਸ ਲੈ ਸਕਦੇ ਹੋ। ਲੱਖ ਕਰੋੜੀ ਮਿਲੈ ਨਾ ਕਿ ਲੱਖਾਂ ਕਰੋੜਾਂ ਨਾਲ ਨਹੀਂ ਮਿਲਦੀ। ਜਿਸੈ ਪ੍ਰਾਪਤ ਸਹੀ ਦੇ ਨਾਨਕ ਚਾਖ ਭਏ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ। ਈ ਦੂਧ ਕਦ ਛੋੜ ਨਾ ਜਾਏ, ਨਾਨਕ ਗੀਦਾ ਹਰਸ ਮਾਹੇ। ਸੋ ਜਿਨੀ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮੈਂ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਸੋ ਹਰੀ ਨਾਮ ਰਸ ਗੁਰੂ ਧਾਰਨ ਕਰਕੇ ਫਿਰ ਸੁਹਾਗਣਾ ਵਾਂਗ ਗੁਰਮੁਖ ਬਣ ਕੇ ਗੁਰੂ ਦੇ ਬਚਨ ਬਾਣੀ ਮੰਨਣ ਤੋਂ ਹੀ ਗੁਰੂ ਦੀ ਦਇਆ ਦ੍ਰਿਸ਼ਟੀ ਦੁਆਰਾ ਹੀ ਸੁਤੇ ਸਿੱਧ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਕੋਈ ਬੇਪਰਵਾਹ ਨ ਬੋਲਣੀ, ਹੋਂ ਮਲ ਮਲ ਧੂਆ ਤਿਨ ਪਾਏ। ਪਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੋ ਕੱਢੈ ਹੋਂ ਮੈਂ ਮਾਰ। ਹਾਉ ਗੁਰਮੁਖੀਆ ਸੁਹਾਗਣੀ, ਗੁਰਮੁਖੀਆ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਰਸ ਖਾਏ। ਸੇ ਵਡ ਭਾਗੀ ਵਡ ਜਾਣੀਐ ਹੈ, ਜਿਨ ਹਰ ਰਸ ਖਾਧਾ ਗੁਰ ਭਾਏ। ਇਹੋ ਹਰ ਰਸ ਵਣ ਦਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਇ। ਕੋਈ ਸਤਿਗੁਰ ਆਗੇ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬੁਲਾਇ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖੀ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸੋ ਇੰਜ ਜਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਤਾਂ ਹੀ ਮਹਾਰਾਜ ਦਾ ਅੰਮ੍ਰਿਤ ਰਸ ਗੁਰਬਾਣੀ ਦੇ ਦੁਆਰਾ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸੋ ਸਾਹਿਬ ਫਰਮਾਨ ਕਰਦੇ ਹਨ। ਅੰਮ੍ਰਿਤ ਬਾਣੀ ਅਮਿਓ ਰਸ। ਇਹ ਜੋ ਗੁਰਬਾਣੀ ਦੀ ਕਥਾ ਆਪ ਸਰਵਣ ਕਰ ਰਹੇ ਹੋ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ। ਇਹਦੇ ਵਿੱਚ ਨਾਮ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਅੰਮ੍ਰਿਤ ਰਸ ਹੈ। ਅੰਮ੍ਰਿਤ ਹਰਿ ਕਾ ਨਾਮ। ਹਰੀ ਦਾ ਨਾਮ ਅੰਮ੍ਰਿਤ ਸਰੂਪ ਇਹਦੇ ਵਿੱਚ ਦਰਜ ਕੀਤਾ ਹੋਇਆ ਹੈ। ਬਾਣੀ ਨਾਮ ਹੈ, ਨਾਮ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ। ਮਨ ਤਾਨ ਹਿਰਦੈ ਸਿਮਰ ਹਰ। ਇਸ ਲਈ ਹੇ ਭਾਈ, ਹੇ ਗੁਰਮੁਖੋ, ਮਨ ਕਰਕੇ, ਤਨ ਕਰਕੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਸਿਮਰਨ ਕਰੋ, ਜਾਂ ਤਨ ਅਤੇ ਹਿਰਦੇ ਰੂਪ ਅਸਥਾਨ ਵਿੱਚ ਰਹਿਣ ਵਾਲੇ ਮਨ ਨਾਲ ਪਰਮੇਸ਼ਰ ਦਾ ਸਿਮਰਨ ਕਰੋ। ਉਪਦੇਸ਼ ਸੁਣੋ ਆਠ ਪਹਿਰ ਗੁਣ ਗਾ। ਹਰ ਅੱਠੇ ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾ ਕੇ, ਰਸਨਾ ਦੇ ਨਾਲ ਗੁਣ ਗਾਓ, ਕਥਾ ਵਿੱਚ ਪਾ ਕੇ ਵਿਚਾਰ ਨਾਲ ਗੁਣ ਗਾਓ, ਬਾਣੀ ਦੇ ਪਾਠ ਵਿੱਚ ਆਨੰਦ ਲੈਣਾ ਕਰੋ। ਗੁਣ ਗਾਓ, ਗੁਣ ਗਾਵਤ ਹੋਵਤ ਪ੍ਰਗਾਸ। ਗੁਣ ਗਾਉਂਦਿਆਂ ਹੀ ਤੁਹਾਨੂੰ ਬ੍ਰਹਮ ਗਿਆਨ ਦਾ ਚਾਨਣ ਮਿਲੂਗਾ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ। ਇਹ ਗੁਰ ਸਿੱਖੋ, ਤੁਸੀਂ ਗੁਰੂ ਦੇ ਸਿੱਖ ਹੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ। ਇਸ ਲਈ ਤੁਸੀਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ, ਸੱਚੇ ਉਪਦੇਸ਼ ਨੂੰ ਪਿਆਰ ਨਾਲ ਸੁਣਿਆ ਕਰੋ। ਸੱਚਾਈ ਹੈ ਸਵਾਦ। ਇਹੀ ਸੱਚਾ ਸੁਆਉ ਸਵਾਦ ਹੈ, ਜਾਂ ਸੱਚਾ ਪ੍ਰਯੋਜਨ ਮਤਲਬ ਲਾਭ ਸਮਝੋ। ਜਨਮ ਪਦਾਰਥ ਸਫਲ ਹੋਏ। ਤਾਂ ਤੁਹਾਨੂੰ ਮਨੁੱਖਾ ਜਨਮ ਰੂਪੀ ਪਦਾਰਥ ਜਿਹੜਾ ਮਿਲਿਆ ਹੋਇਆ ਹੈ, ਫੇਰ ਹੀ ਸਫਲ ਹੋਵੇਗਾ। ਮਨ ਮਹਿਲਾਏ ਹੋ ਭਾਵ। ਜੇਕਰ ਤੁਸੀਂ ਆਪਣੇ ਮਨ ਹਿਰਦੇ ਵਿੱਚ ਵਾਹਿਗੁਰੂ ਨਾਲ ਪ੍ਰੇਮ ਲਾਓਗੇ ਤਾਂ ਹੀ ਤੁਹਾਨੂੰ ਨਾਮ ਦਾ ਰਸ ਆਊਗਾ। ਜੇ ਮਨ ਹੀ ਨਹੀਂ ਲਾਇਆ ਫਿਰ ਰਸ ਕਿੱਥੋਂ ਆਊਗਾ। ਇਸ ਲਈ ਪਹਿਲੀ ਗੱਲ ਤਾਂ ਟਾਈਮ ਕੱਢੋ, ਬੈਠੋ, ਫਿਰ ਮਨ ਟਿਕਾਓ।
ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੂਖ ਸਹਿਜ ਆਨੰਦ ਘਣਾ। ਤਾਂ ਸਾਧ ਸੰਗਤ ਜੀਓ, ਤੁਹਾਨੂੰ ਮਹਾਰਾਜ ਕਹਿੰਦੇ ਅਚੁੱਤ ਸੁਖ ਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਬਹੁਤਾ ਹੀ ਆਨੰਦ ਪ੍ਰਾਪਤ ਹੋਵੇਗਾ, ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਹੋਵੇਗੀ। ਪ੍ਰਭ ਜਪਤਿਆ ਦੁਖ ਜਾਏ। ਪਰ ਸ਼ਰਤ ਇਹ ਹੈ ਕਿ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਖੁਦ ਆਪ ਕਰਨਾ ਪਊਗਾ। ਬਾਕੀ ਕੰਮ ਆਪਾਂ ਪੈਸੇ ਦੇ ਕੇ ਕਰਾ ਸਕਦੇ ਹਾਂ, ਨੌਕਰ ਰੱਖ ਕੇ ਸਾਰਾ ਕੰਮ ਹੋ ਜਾਂਦਾ, ਪਰ ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਹੈ, ਜੇ ਆਨੰਦ ਤੁਸੀਂ ਲੈਣਾ ਹੈ ਤਾਂ ਤੁਹਾਨੂੰ ਖੁਦ ਆਪ ਕਰਨਾ ਪਊਗਾ। ਪੈਸੇ ਦੇ ਕੇ ਜੇ ਕਹੋਗੇ ਵੀ ਸਾਡੀ ਅਰਦਾਸ ਕਰ ਦਿਓ, ਠੀਕ ਹੈ, ਲਾਭ ਹੁੰਦਾ, ਪਰ ਆਨੰਦ ਤਾਂ ਉਦੋਂ ਹੀ ਆਊਗਾ ਜਦੋਂ ਤੁਸੀਂ ਆਪ ਦੀ ਜਮਾਨ ਕਮਾਓਗੇ, ਕੁਦਰਤੀ ਹੈ। ਤੇ ਇਸ ਲਈ ਪਹਿਲਾਂ ਨਾਮ ਜਪੋ, ਨਾਮ ਜਪਦਿਆਂ ਹੀ ਜੰਮਣ ਮਨ ਦਾ ਦੁੱਖ ਚਲਾ ਜਾਂਦਾ, ਨਾਮ ਦਾ ਰਸ ਆਵੇਗਾ। ਨਾਨਕ ਨਾਮ ਜਪਤ ਸੁਖ ਊਪਜੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਹਿਰਦੇ ਵਿੱਚ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦਰਗਹਿ ਪਾਈਐ ਥਾ। ਪਰ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਵੀ ਥਾਂ ਟਿਕਾਣਾ ਸਥਿਤੀ ਪਾਈ ਦੀ ਹੈ। ਇੱਥੇ ਜਿਹੜਾ ਮਹਾਰਾਜ ਦਾ ਪਾਵਨ ਸ਼ਲੋਕ ਉਚਾਰਿਆ ਉਹ ਸੰਪੂਰਨ ਹੋਇਆ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੀ। ਅੱਜ 6 ਜੂਨ ਦਾ ਸਾਧ ਸੰਗਤ ਜੀਓ ਪਵਿੱਤਰ ਦਿਹਾੜਾ ਹੈ, ਜੋ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਹਫ਼ਤੇ ਤੋਂ ਹੀ ਸਾਧ ਸੰਗਤ ਮਨਾ ਰਹੀ ਹੈ। ਘੱਲੂਘਾਰਾ ਹਫ਼ਤਾ ਦੇ ਰੂਪ ਦੇ ਵਿੱਚ ਅੱਜ ਦੇ ਦਿਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਸਹਿਤ ਜਨਰਲ ਸ਼ਬੇਕ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਔਰ ਹੋਰ ਅਨੇਕਾਂ ਹੀ ਗੁਰੂ ਕੇ ਪਿਆਰੇ ਸਿੰਘ, ਗੁਰੂ ਕੀਆਂ ਪਿਆਰੀਆਂ ਸੰਗਤਾਂ ਜੋ ਸੱਚਖੰਡ ਹਰਿਮੰਦਰ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਹਾਜ਼ਰੀਆਂ ਭਰਨ ਆਈਆਂ ਸਨ। ਖੁਦ ਅਸੀਂ ਆਪ ਵੀ ਸੋ ਬਾਰ-ਬਾਰ ਵੇਖਦੇ ਸੀ ਕਿ ਕਰਫਿਊ ਖੁੱਲ੍ਹੇ ਅਤੇ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ। ਕਦੀ ਕਹਿੰਦੇ ਹੁਣ ਖੁੱਲ੍ਹਦਾ, ਕਦੀ ਕਹਿੰਦੇ ਘੜੀ ਨੂੰ ਖੁੱਲ੍ਹੇਗਾ ਵਿਵੇਕਸਰ ਛਬੀਲਾਂ 'ਤੇ, ਅਤੇ ਉੱਥੇ ਬਾਰ-ਬਾਰ ਆਉਣਾ ਅਤੇ ਵਿਵੇਕਸਰ ਵੇਖ ਜਾਣਾ। ਨਾਕਾ ਲੱਗਾ, ਰਾਮਸਰ ਸਾਹਿਬ ਹਾਜ਼ਰੀ ਭਰੀ, ਉੱਥੇ ਸੰਗਤਾਂ ਪਾਠ ਕਰਦੀਆਂ ਨੇ ਪੰਜਵੇਂ ਪਾਤਸ਼ਾਹ ਦੇ ਗੁਰਪੁਰਬ 'ਤੇ। ਫਿਰ ਉਹ ਉਡੀਕ ਕੇ ਜਾਂ ਪਿੰਡ ਨੂੰ ਚਲੇ ਗਏ। ਬਾਅਦ ਵਿੱਚ ਕਰਫਿਊ ਖੁੱਲ੍ਹਾ, ਪਰ ਜਿਹੜੇ ਅੰਦਰ ਗਏ ਉਹ ਵਾਪਸ ਨਹੀਂ ਆਏ। ਜਿਹੜੀਆਂ ਦੂਰ ਦਰੇਡਿਆਂ ਤੋਂ ਸੰਗਤਾਂ ਆਈਆਂ ਉਹਨਾਂ ਦਾ ਰਹਿਣਾ ਵੀ ਉੱਥੇ ਹੀ ਸੀਗਾ। ਇਹ ਉਹ ਮਿੱਥ ਕੇ ਸਾਜ਼ਿਸ਼ ਦੇ ਨਾਲ ਗਿਣ ਕੇ ਪੂਰੇ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਖਤਮ ਕਰਨ ਦੀ ਮਨਸਾ ਦੇ ਨਾਲ ਉਸ ਮੌਕੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਾਰੀ ਫੌਜ ਪੂਰੇ ਬਲ ਦੇ ਨਾਲ ਚੜ੍ਹਾ ਕੇ ਸਾਧ ਸੰਗਤ ਜੀ ਉਹ ਟੈਂਕਾਂ, ਤੋਪਾਂ, ਹਵਾਈ ਜਹਾਜ਼ਾਂ ਦੇ ਕਮਾਂਡੋਆਂ ਦੇ ਨਾਲ ਇਹੋ ਜਿਹਾ ਜ਼ਬਰਦਸਤ ਹੱਲਾ ਬੋਲਿਆ ਜਿਹਨੂੰ ਚੱਲਣਾ ਆਮ ਬੰਦੇ ਲਈ ਬਹੁਤ ਔਖਾ ਸੀਗਾ। ਪਰ ਉਹ ਗੁਰੂ ਕੇ ਸਿੰਘ ਤਗੜੇ ਰਹੇ, ਉਹਨਾਂ ਆਪਦਾ ਧਰਮ ਨਹੀਂ ਛੱਡਿਆ, ਕਿਸੇ ਦੀ ਈਨ ਨਹੀਂ ਮੰਨੀ, ਸ਼ਹੀਦੀਆਂ ਪ੍ਰਾਪਤ ਕਰ ਗਏ। ਅਨੇਕਾਂ ਸੰਗਤਾਂ, ਬੱਚੇ ਬਜ਼ੁਰਗ ਵੀ ਉਸ ਜੰਗ ਦੀ ਭੇਟਾ ਚਰੇ। ਅੱਜ ਉਹਨਾਂ ਦਾ 6 ਜੂਨ ਪਵਿੱਤਰ ਸ਼ਹੀਦੀ ਦਿਹਾੜਾ ਹੈ। ਜੇ ਕਿਸੇ ਨੂੰ ਤੁਸੀਂ ਕਹੋ ਤਾਂ ਅਗਲਾ ਜਵਾਬ ਦਿੰਦਾ। ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਅਖੇ ਜੀ ਅਸੈਂਬਲੀ ਸਾਹਿਬ ਆਈ ਸੀ ਇੰਦਰਾ ਗਾਂਧੀ ਤੇ ਮਹਾਂਪੁਰਖਾਂ ਪਟੋਕੀ ਮਾਰੀ ਉਹਦੇ ਸਿਰ ਤੇ। ਅਸੈਂਬਲੀ ਸਾਹਿਬ ਤੁਹਾਡੇ ਨਾਲ ਹੀ ਹੈ ਫਤਿਹਗੜ੍ਹ ਸਾਹਿਬ ਦੇ। ਆਖਿਆ ਬੀਬੀ ਤੂੰ ਬੜਾ ਮਾੜਾ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ? ਦੱਸ। ਆਸ਼ੀਰਵਾਦ ਲੈਣ ਆਈ ਸੀ। ਕਹਿੰਦੇ ਕਾਹਦਾ ਆਸ਼ੀਰਵਾਦ ਦਈਏ, ਤੂੰ ਸਾਡਾ ਅਕਾਲ ਤਖਤ ਢਾਤਾ। ਕਹਿੰਦੀ ਨਹੀਂ ਬਾਬਾ ਜੀ ਉੱਥੇ ਅੱਤਵਾਦੀ ਲੁਕੇ ਹੋਏ ਸੀ। ਤੇ ਬਾਬਾ ਜੀ ਕਹਿੰਦੇ ਵੀ ਸਿੰਘ ਅੱਤਵਾਦੀ ਹੁੰਦੇ ਨੇ? ਦੱਸੋ। ਬਾਣੀ ਪੜ੍ਹਨ ਵਾਲੇ, ਕਥਾ ਕੀਰਤਨ ਵਾਲੇ ਅੱਤਵਾਦੀ? ਅੱਜ ਕੱਲ੍ਹ ਕਿਸਾਨਾਂ ਨੂੰ ਵੀ ਲੋਕਾਂ ਬਣਾਤਾ। ਸਾਡੀ ਜ਼ਬਾਨ ਹੀ ਜਿਹਨੂੰ ਮਰਜ਼ੀ ਕਹਿ ਦਿਓ, ਇਹ ਕੋਈ ਗੱਲ ਥੋੜੋ। ਚਲੋ 1 ਮਿੰਟ ਲਈ ਮੈਂ ਤਾਂ ਮੰਨਦਾ ਨਹੀਂ ਵੈਸੇ, ਕਿਉਂਕਿ ਮੈਂ ਟਕਸਾਲ ਦਾ ਸਿੰਘ ਹਾਂ ਤੇ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰਦਾ ਰਿਹਾ
ਤੇ ਟਕਸਾਲ ਦੇ ਵਿੱਚੋਂ ਹੀ ਵਿਦਿਆ ਪੜ੍ਹਿਆ। ਆ ਜੋ ਵੀ ਆਪ ਸੁਣਦੇ ਹੋ, ਮੈਂ ਇੱਕ ਕਾਲਜੀਏਟੀ ਮੁੰਡਾ ਸੀਗਾ, ਉਹਨਾਂ ਦਾ ਜੀਵਨ ਵੇਖ ਕੇ ਚੋਲਾ ਪਾਇਆ, ਕਿਉਂਕਿ ਮੁੰਡੇ ਕਮਲੇ ਹੋ ਜਾਂਦੇ ਸੀ ਉਹਨਾਂ ਦੇ ਮਗਰ, ਤੇ ਦਾੜੀ ਮੁਛਾਈ ਨਹੀਂ ਸੀ, ਜੀ ਆਈ ਹੁੰਦੀ ਤੇ ਆਪਾਂ ਵੀ ਭੇਟਾ ਚੜ੍ਹ ਜਾਣਾ ਸੀਗਾ। ਰਹੋ ਵਿਚਾਰ ਤੋ ਮੈਂ ਤਾਂ ਮੰਨਦਾ ਨਹੀਂ ਵੀ ਸੰਤ ਅੱਤਵਾਦੀ ਸੀਗੇ। ਜੇ ਤੁਹਾਡੀ ਗੱਲ ਆਪਾਂ 1 ਮਿੰਟ ਲਈ ਮੰਨ ਵੀ ਲਈਏ, ਚਲੋ ਉੱਥੇ ਤਾਂ ਅੱਤਵਾਦੀ ਸੀਗੇ, ਤੇ ਉਸੇ ਟਾਈਮ ਤੇ ਬਾਕੀ ਦੇ 37 ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ? ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜੇ ਜਨਰਲ ਦਾ ਉੱਥੇ ਜਿਹਨੂੰ ਹੁਕਮ ਲੱਗਾ, ਉਹਦੀ ਡਿਊਟੀ ਲੱਗੀ, ਉਹ ਬੜੇ ਗੁਰਮੁਖ ਪਿਆਰੇ, ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ, ਜਨਰਲ ਜਗਜੀਤ ਸਿੰਘ ਜੀ, ਤੇ ਉਹ ਕਹਿੰਦੇ ਵੀ ਬਾਰ-ਬਾਰ ਇੰਦਰਾ ਗਾਂਧੀ ਦਾ ਫੋਨ ਆਉਂਦਾ ਸੀ ਮੈਨੂੰ ਵੀ ਤੂੰ ਅਟੈਕ ਕਿਉਂ ਨਹੀਂ ਕਰਦਾ, ਤੇ ਕਹਿੰਦਾ ਵੀ ਮੈਂ ਮਹਾਂਪੁਰਖਾਂ ਦਾ ਸ਼ਰਧਾਲੂ ਸੀਗਾ। ਇੱਕ ਵਾਰ ਆਖਿਆ ਵੀ ਸੇਵਾ ਦੱਸੋ, ਮਹਾਂਪੁਰਖ ਕਹਿਣ ਲੱਗੇ ਜਦੋਂ ਟਾਈਮ ਆਊਗਾ ਤੈਨੂੰ ਆਪਣੇ ਆਪ ਪਤਾ ਲੱਗੂਗਾ, ਉਦੋਂ ਤੂੰ ਸੇਵਾ ਕਰ ਲਈ। ਉਹਨਾਂ ਨੇ ਕਹਿੰਦੇ ਇਹੋ ਜਿਹੀ ਕਿਰਪਾ ਕੀਤੀ, ਮੇਰੇ ਮਨ 'ਚ ਆਇਆ ਵੀ ਹੁਣ ਸੇਵਾ ਕਰਨ ਦਾ ਮੌਕਾ, ਵੀ ਇੱਥੇ ਕਿਹੜੇ ਅੱਤਵਾਦੀ ਨੇ। ਨਾਰ ਡੋਗਲਾ ਪਲਟਣ ਸੀਗੀ ਤੇ ਬਾਰ-ਬਾਰ ਫੋਨ ਆ ਰਿਹਾ ਦਿੱਲੀ ਤੋਂ ਵੀ ਢਾਹ ਦੇ ਗੁਰਦੁਆਰਾ। ਕਹਿੰਦੇ ਮੈਂ ਬਾਬਾ ਠਾਕੁਰ ਸਿੰਘ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਬੁਲਾਇਆ, ਇੱਥੇ ਚੰਡੀਗੜ੍ਹ ਹੀ ਰਹਿੰਦੇ, ਅਸੀਂ ਅਖੰਡ ਪਾਠ ਵੀ ਕੀਤਾ ਉਹਨਾਂ ਦੇ ਘਰ। ਸਰਕਾਰ ਨੇ ਡਿਸਮਿਸ ਕਰਤਾ, ਪਤਾ ਲੱਗਣ ਤੋਂ ਬਾਅਦ ਉਹ ਸਾਡੇ ਜਥੇ 'ਚ ਵੀ ਬਾਅਦ 'ਚ ਰਹੇ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਵੀ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਬੇਨਤੀ ਹੈ, ਤੁਸੀਂ ਬਜ਼ੁਰਗ ਬੰਦੇ ਹੋ, ਵੀ ਜੋ ਕੁਛ ਤੁਹਾਡੇ ਕੋਲ ਹੈਗਾ ਜਾਂ ਤੇ ਮੈਨੂੰ ਦੇ ਦਿਓ, ਜੇ ਮੈਨੂੰ ਨਹੀਂ ਦੇਣਾ ਤੇ ਛੱਪੜ 'ਚ ਸੁੱਟ ਦਿਓ, ਜਾਂ ਪੰਡ ਬਣ ਕੇ ਕਿਤੇ ਨਾ ਕਿਤੇ ਝਾੜੀਆਂ 'ਚ ਸੁੱਟ ਦਿਓ, ਤੇ ਤਲਾਸ਼ੀ ਦੇ ਦਿਓ ਇੱਕ ਵਾਰ। ਮੈਂ ਕੁਛ ਨਹੀਂ ਕਹਿੰਦਾ, ਨਾ ਮੈਂ ਕੁਛ ਕਰਾਂਗਾ, ਸਿਰਫ ਇੱਕ ਵਾਰੀ ਗੁਰਦੁਆਰੇ ਐਂਟਰ ਕਰਨ ਦਾ ਸਾਨੂੰ ਇਹ ਹੁਕਮ, ਇਹ ਆਗਿਆ ਦੇ ਦਿਓ, ਤੇ ਮੈਂ ਤਲਾਸ਼ੀ ਦਾ ਬਹਾਨਾ ਲਾ ਕੇ ਤੇ ਆਪ ਦਾ ਕੰਮ ਸਾਂਭ ਲਊਂਗਾ। ਨਹੀਂ ਤਾਂ ਵੇਖ ਲਓ ਸਾਰੀ ਹਿੰਦੂ ਪਲਟਣ, ਇਹਨਾਂ ਨੂੰ ਸਾਡੀ ਬੋਲੀ ਵੀ ਸਮਝ ਨਹੀਂ ਆਉਂਦੀ, ਔਰ ਮੇਰੇ ਨਾਲ ਅੱਖਾਂ ਲਾਲ ਕਰਕੇ ਵੇਖ ਰਹੇ ਨੇ। 1 ਮਿੰਟ ਦੇ ਵਿੱਚ ਜੇ ਮੈਂ ਉਂਗਲ ਕਰਤੀ, ਇਹਨਾਂ ਗੋਲੀਆਂ ਬੰਬ ਮਾਰ ਕੇ ਸਭ ਗੁਰਦੁਆਰਾ ਢਾਹ ਸੁੱਟਣਾ। ਬੇਨਤੀ ਆ ਵੀ ਗੇਟ ਤੇ ਆ ਜਾਓ ਜਿੰਨੇ ਸਿੰਘ ਨੇ। ਬਾਬਾ ਜੀ ਸਾਧੂ ਸੀਗੇ, ਸ਼ਾਂਤਮਈ ਅਵਸਥਾ ਵਾਲੇ, ਜਿਨ੍ਹਾਂ ਦੇ ਨਾਲ ਮੈਂ 15 ਸਾਲ ਵਿਚਰਿਆ। ਉਹ ਬੋਲਦੇ ਵੀ ਨਹੀਂ ਸਨ, 100 ਗੱਲ ਕਰੋ ਇੱਕ ਜਵਾਬ ਦਿੰਦੇ ਸੀ। ਉਹਨਾਂ ਸਾਨੂੰ ਬੱਚਿਆਂ ਦੀ ਤਰ੍ਹਾਂ ਸਾਂਭਿਆ ਬੁੱਕਲ ਦੇ ਵਿੱਚ। ਉਹਨਾਂ ਦੀ ਡਿਊਟੀ ਗੁਰਦੁਆਰੇ ਸੀਗੀ। ਉਹਨਾਂ ਸਾਰੇ ਸਿੰਘ ਇਕੱਠੇ ਕਰਕੇ ਗੇਟ ਤੇ ਲਿਆਂਦੇ। ਜਨਰਲ ਸਾਹਿਬ ਕਹਿੰਦੇ ਮੈਂ ਅੰਦਰ ਗਿਆ, 2-4 ਕਮਰਿਆਂ 'ਚ ਵੜਿਆ, ਕਾਰਵਾਈ ਪਾਤੀ ਵੀ ਇੱਥੇ ਕੁਛ ਨਹੀਂ ਹੈ ਵੀ ਕੁਛ ਨਹੀਂ ਸੀਗਾ। ਜੇ ਕਹਿੰਦੇ ਕੋਈ ਹੋਰ ਹੁੰਦਾ ਤੇ ਉਹਨੇ ਹਮਲਾ ਕਰਕੇ ਤੇ ਗੁਰਦੁਆਰਾ ਢਾਹ ਸੁੱਟਣਾ ਸੀਗਾ। ਦਿੱਲੀ ਦੇ ਵਿੱਚ ਕਿੰਨਾ ਕਤਲੇਆਮ ਹੋਇਆ ਤੁਹਾਡੇ ਸਾਹਮਣੇ। 37 ਗੁਰਦੁਆਰਿਆਂ ਤੇ ਹਮਲਾ ਹੋਇਆ, ਉਹਨਾਂ 'ਚ ਕਿਹੜੇ ਅੱਤਵਾਦੀ ਸੀਗੇ? ਇਸ ਗੱਲ ਦਾ ਕੋਈ ਜਵਾਬ ਦੇਵੇ। ਸੋ ਗਿਣੀ ਮਿੱਥੀ ਸਾਜ਼ਿਸ਼ ਨਾਲ ਸਿੱਖ ਕੌਮ ਦਾ ਘਾਣ ਕਰਨਾ ਸੀ। ਜੇ ਹੋਰ 4 ਦਿਨ ਜਿਉਂਦੀ ਰਹਿ ਜਾਂਦੀ ਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪਾਕਿਸਤਾਨ ਦਾ ਬਾਰਡਰ ਖੋਲ ਕੇ ਬੇਅੰਤ ਸੋਂ ਪੱਕਾ ਕੱਟੜ ਕਾਂਗਰਸੀ ਸੀ ਉਹਦਾ ਪਹਿਰੇਦਾਰ, ਉਹਨੇ ਗੋਲੀ ਕਿਉਂ ਚਲਾਈ? ਕਿਉਂਕਿ ਉਹਨੂੰ ਪਤਾ ਲੱਗ ਗਿਆ ਉਹਦੇ ਵਫਾਦਾਰ ਦੇ ਰਾਹੀਂ ਵੀ ਇਹ ਸਕੀਮ ਹੈ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪਾਕਿਸਤਾਨ ਨਾਲ ਲੜਾਈ ਲਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪੰਜਾਬ ਦਾ ਮਲੀਆ ਮੇੜ ਕਰ ਸੁੱਟਣਾ। ਅੱਜ ਕੱਲ੍ਹ ਵੀ ਕਿਸਾਨਾਂ ਨੂੰ ਮਾਰਨ ਦੀ ਸਾਜ਼ਿਸ਼ ਨਹੀਂ, ਕਿਸਾਨ ਤਾਂ ਬੜੀ ਨੀਵੀਂ ਹਸਤੀ ਹੈ, ਇਹਨਾਂ ਦਾ ਧਿਆਨ ਬਹੁਤ ਉੱਚਾ ਹੈ। ਪੰਜਾਬ ਦਾ ਖਾਤਮਾ ਕਰਨਾ, ਨਾ ਕੋਈ ਇੱਥੇ ਵਿਦਿਆ ਨਾ ਕੋਈ ਪੜ੍ਹਾਈ। ਨਿਆਣੇ ਸਾਡੇ ਦਾੜੀਆਂ ਕੇਸ ਕਟਾ ਕੇ ਜਿਹੜੇ ਅੰਮ੍ਰਿਤਧਾਰੀ ਸੀਗੇ ਉਹ ਨਸ਼ਿਆਂ ਚੱਟੇ ਕਾਲੇ ਦੇ ਵਿੱਚ ਭੁੱਕੀ ਡੋਡਿਆਂ ਫੀਮ, ਕਿਹੜਾ ਨਸ਼ਾ ਨਹੀਂ ਸਾਡੇ ਕੋਲ ਦੱਸੋ। ਪੈਸੇ ਦੀ ਕੋਈ ਘਾਟ ਨਹੀਂ, ਨਸ਼ਿਆਂ ਦੇ ਵਿੱਚ ਨੌਜਵਾਨੀ ਗਲਤਾਨ ਹੋ ਰਹੀ ਹੈ। ਕੋਈ ਮੁੰਡਾ ਕੁੜੀ ਦੱਸੋ ਕੋਈ ਤਰੱਕੀ ਕੀਤੀ ਹੋਵੇ? ਬੈਂਗਲੌਰ, ਬੰਬੇ, ਕਲਕੱਤੇ ਇੱਧਰਲੇ ਪਾਸੇ ਸਾਰੇ ਉਹ IPS ਆਫੀਸਰ ਬਣਦੇ ਨੇ। ਸਾਡੇ ਬੱਚੇ ਕਿਉਂ ਪੜ੍ਹਦੇ ਨਹੀਂ? ਪੜ੍ਹਾਈ ਦਾ ਪ੍ਰਬੰਧ ਹੀ ਨਹੀਂ। ਕੋਈ ਯੂਨੀਵਰਸਿਟੀ ਕੋਈ ਕਾਲਜ ਹੈ, ਉੱਥੇ ਨਿਆਣਿਆਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ। ਲਾਕਡਾਊਨ ਲਾ ਕੇ ਬੇੜਾ ਬਿਠਾ ਦਿੱਤਾ ਹੋਇਆ। ਕਿਉਂ? ਬੜੀ ਲੰਬੀ ਉੱਚੀ ਸੋਚ ਹੈ, ਇਸ ਤੋਂ ਬਚਣਾ ਪਊਗਾ। ਇਹ ਸਾਜ਼ਿਸ਼ ਸੀ। ਸੋ ਅੱਜ ਦਾ ਦਿਨ 6 ਜੂਨ ਦਾ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਪ੍ਰਣਾਮ ਸ਼ਹੀਦਾਂ ਨੂੰ, ਸ਼ਹੀਦਾਂ ਦੇ ਅਸਥਾਨ ਦੇ ਇਹ ਪੰਕਤੀ ਪੜ੍ਹਦੇ ਹਾਂ।
ਉਹਨਾਂ ਨੂੰ ਸੋ ਸ਼ਰਧਾ ਦੇ ਫੁੱਲ ਭੇਟਾ ਕਰਦੇ ਹਾਂ। ਇਹਦੇ ਨਾਲ ਹੀ ਆਪ ਦੇ ਵਿਚਾਰ ਸੀਮਤ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੇ। ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਦਰਗਹਿ ਪਾਈਐ ਥਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ ਸਬਦੋ। ਗਾਵੋ ਹਰੀ ਕੇ ਰਾਮਾਨ ਜੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ